ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁੰਨ ਸੀਸਾ, ਪੁਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪੁੰਨ ਸ਼੍ਰੀ ਅਮਰਦਾਸ ਜਿਮ ਕਹਿਓ, ਸੋ ਸਿਮਰਤ ਸਰ ਸਿਰਜਨ ਚਾਹਿਓ। ਲੈ ਬ੍ਰਿਧ ਸੰਗ ਆਪ ਚੱਲ ਗਏ, ਪੂਰਬ ਦਿਸ਼ਾ ਗ੍ਰਾਮ ਤੇ ਆਏ। ਪੁੰਨ ਸ਼੍ਰੀ ਅਮਰਦਾਸ ਜਿਮ ਕਹਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾ ਬਾਂਝੀ ਨਾ ਰਹੇ, ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ
ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਕਥਾ ਸਰਵਣ ਕੀਤੀ। ਹਜ਼ੂਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਵਿੱਚ ਕਿਵੇਂ ਆਉਂਦੇ ਆ ਜੀ, ਅੰਮ੍ਰਿਤਸਰ ਸ਼ਹਿਰ ਕਿਵੇਂ ਵਸਦਾ ਹੈ, ਇਹਦੀ ਕਥਾ ਜਿਹੜੀ ਹੈ ਉਹ ਆਰੰਭ ਹੋਈ ਹੈ। ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ, ਉਸ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਾਰੀ ਗੱਲ ਸਮਝਾ ਕੇ ਭੇਜਿਆ ਸੀਗਾ। ਆਪਣੇ ਰਹਿਣ ਵਾਸਤੇ ਤੁਸੀਂ ਪਿੰਡ ਬਣਾਉਣੇ ਹੈ, ਇੱਕ ਪਿੰਡ ਬਣਾਉਣਾ, ਨਗਰ ਬਣਾਉਣਾ ਹੈ। ਨਗਰ ਤਾਂ ਬਣਾਈਦਾ ਜੇ ਸਭ ਤੋਂ ਪਹਿਲਾਂ ਨਗਰ ਵਿੱਚ ਆਪਣਾ ਘਰ ਹੋਵੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰੀ ਗੱਲ ਦੱਸੀ ਹੈ। ਤੁੰਗਾ ਤੋਂ ਉਰਾਂ ਆ ਜ਼ਮੀਨ ਜਿੱਥੇ ਤੁਸੀਂ ਬੈਠੇ ਤੁੰਗਾਂ ਦੀ ਹੈ, ਤੁੰਗ ਪਿੰਡ ਦੀ ਹੈ ਜੀ। ਜਿਹੜਾ ਤੁੰਗ ਪਿੰਡ ਹੈ, ਗਿਲਵਾਲੀ ਪਿੰਡ ਹੈ, ਸੁਲਤਾਨਵਿੰਡ ਪਿੰਡ ਹੈ ਤੇ ਗੁਮਟਾਲਾ ਹੈ ਨਾ ਜੀ, ਇਹ ਅੰਮ੍ਰਿਤਸਰ ਤੋਂ ਪਹਿਲਾਂ ਦੇ ਹੈਗੇ ਆ ਜੀ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਸਿਆ, ਭਾਵੇਂ ਹੁਣੇ ਅੰਮ੍ਰਿਤਸਰ ਦਾ ਰੂਪ ਹੋ ਗਏ ਹੈ, ਇਹ ਵੀ ਮਹਾਰਾਜ ਦਾ ਬਚਨ ਸੀਗਾ ਜੀ। ਮਹਾਰਾਜ ਕਹਿਣ ਲੱਗੇ, ਤੁੰਗਾ ਤੋਂ ਉਰਾਂ, ਗਿਲਵਾਲੀ ਤੋਂ ਪਰਾਂ ਤੇ ਜਿਸ ਪਾਸੇ ਸੁਲਤਾਨਵਿੰਡ ਹੈ, ਉੱਥੋਂ ਪੱਛਮ ਵਾਲੇ ਪਾਸੇ ਤੁਸੀਂ ਆਪਣਾ ਘਰ ਬਣਾਉਣਾ ਹੈ ਜੀ। ਉੱਥੇ ਅੱਜ ਗੁਰਦੁਆਰਾ ਗੁਰੂ ਕਾ ਮਹਿਲ ਹੈ ਜੀ, ਗੁਰੂ ਕਾ ਮਹਿਲ ਹੈ। ਗੁਰੂ ਸਾਹਿਬ ਕਹਿਣ ਲੱਗੇ ਉੱਥੇ ਜਾ ਕੇ ਘਰ ਬਣਾਉਣਾ ਹੈ। ਗੁਰੂ ਰਾਮਦਾਸ ਸਾਹਿਬ ਬੜੀ ਨਿਮਰਤਾ ਨਾਲ ਗੁਰੂ ਅਮਰਦਾਸ ਜੀ ਨੂੰ ਕਹਿੰਦੇ, ਮਹਾਰਾਜ ਮੈਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਨੀ ਵੀ ਨਹੀਂ ਆਉਂਦੀ ਮਹਾਰਾਜ, ਮੈਂ ਤੇ ਬਿਲਕੁਲ ਸਾਦਾ ਜਿਹਾ ਬੰਦਾ, ਤੁਹਾਡਾ ਸੇਵਕ ਹਾਂ, ਸੇਵਾ ਤੋਂ ਬਗੈਰ ਦੂਜਾ ਕੰਮ ਨਹੀਂ ਆਉਂਦਾ। ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਮਹਾਰਾਜ ਮੈਂ ਆਪਣੇ ਜੀਵਨ 'ਚ ਪ੍ਰਣ ਕੀਤਾ ਹੋਇਆ ਕਿ ਤੁਹਾਡੀ ਆਗਿਆ ਨੂੰ ਨਹੀਂ ਮੋੜਨਾ। ਇਹ ਗੁਰੂ ਰਾਮਦਾਸ ਜੀ ਦਾ ਪ੍ਰਣ ਸੀਗਾ ਜੀ ਕਿ ਮੈਂ ਗੁਰੂ ਅਮਰਦਾਸ ਜੀ ਦੀ ਆਗਿਆ ਨੂੰ ਨਹੀਂ ਮੋੜਨਾ। ਮਹਾਰਾਜ ਮੈਂ ਚਲੇ ਜਾਣਾ ਹੈ, ਪਰ ਮੈਂ ਕਿਵੇਂ ਨਿਸ਼ਾਨਦੇਹੀ ਕਰਾਂਗਾ। ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਜਾਓ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਦਾ ਸਿੱਖ ਧਰਮ ਵਿੱਚ ਬੜਾ ਵੱਡਾ ਯੋਗਦਾਨ ਹੈ ਜੀ। ਬੜੇ ਗੁਣ ਨੇ ਬਾਬਾ ਬੁੱਢਾ ਜੀ ਦੇ, ਜਿਹੜੇ ਸਾਧ ਸੰਗਤ ਜੀ ਗਿਣੇ ਨਹੀਂ ਜਾ ਸਕਦੇ ਜੀ। ਬੜੇ ਪਰਉਪਕਾਰ ਨੇ ਬਾਬਾ ਬੁੱਢਾ ਸਾਹਿਬ ਜੀ ਦੇ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਨੂੰ ਨਾਲ ਲੈ ਜਾਓ, ਜਿੰਨੀ ਮਾਇਆ ਚਾਹੀਦੀ ਬਾਬਾ ਜੀ ਦੇ ਕੋਲੋਂ ਲੈ ਲਓ ਸਾਰੀ। ਕਹਿਣ ਲੱਗੇ। ਫਿਰ ਬਾਬਾ ਬੁੱਢਾ ਸਾਹਿਬ ਜੀ ਇਸ ਪਾਸੇ ਆਏ, ਗੁਰੂ ਰਾਮਦਾਸ ਜੀ ਦੇ ਨਾਲ ਮਿਲ ਕੇ। ਭਾਈ ਪਾਰੋ ਜੀ ਦੀ ਘੋੜੀ ਦਿੱਤੀ ਸੀ ਗੁਰੂ ਰਾਮਦਾਸ ਜੀ ਨੂੰ ਮਹਾਰਾਜ ਨੇ, ਉਸ ਘੋੜੀ ਤੇ ਬਹਿ ਕੇ ਗੁਰੂ ਰਾਮਦਾਸ ਜੀ ਆਏ ਜੀ। ਇਹ ਵੀ ਦੱਸਿਆ ਵੀ ਜਦੋਂ ਤੁਸੀਂ ਘਰ ਬਣਾਓਗੇ ਨਾ, ਉੱਥੋਂ ਪੂਰਬ ਵਾਲੇ ਪਾਸੇ ਸਰੋਵਰ ਬਣਾਉਣਾ ਇੱਕ, ਜਿਹਨੂੰ ਆਪਾਂ ਹਰਿਮੰਦਰ ਸਾਹਿਬ ਦਾ ਸਰੋਵਰ ਕਹਿੰਦੇ ਆ। ਉਦੋਂ ਕੁਝ ਵੀ ਨਹੀਂ ਸੀਗਾ ਇੱਥੇ ਜੀ। ਇੱਥੋਂ ਪੂਰਬ ਵਾਲੇ ਪਾਸੇ ਹਰਿਮੰਦਰ ਸਾਹਿਬ ਬਣਾਉਣਾ, ਵਾਹਿਗੁਰੂ ਇੱਕ ਸਰੋਵਰ ਬਣਾਉਣਾ ਹੈ। ਪਹਿਲਾਂ ਨਗਰ ਬਣਾਓ ਨਿੱਕਾ ਜਿਹਾ, ਮਹਾਰਾਜ ਕਹਿਣ ਲੱਗੇ। ਸਮਾਂ ਆਏਗਾ ਉਹ ਨਗਰ ਬੜਾ ਵੱਡਾ ਹੋ ਜਾਏਗਾ, ਬੜਾ ਵੱਡਾ ਹੋ ਜਾਏਗਾ। ਗੁਰੂ ਅਮਰਦਾਸ ਜੀ ਦੇ ਬਚਨ ਸੱਚੇ ਨੇ। ਅੱਜ ਇਹ ਨਗਰ ਬੜਾ ਵੱਡਾ ਹੋ ਗਿਆ ਜੀ। ਪਹਿਲਾਂ ਗੁਰੂ ਕਾ ਚੱਕ ਜਿਹੜਾ ਨਗਰ ਸੀਗਾ ਅੰਮ੍ਰਿਤਸਰ, ਉਹ ਛੋਟਾ ਜਿਹਾ ਸੀਗਾ ਜੀ। ਸੁਲਤਾਨਵਿੰਡ ਵੱਖਰਾ ਸੀਗਾ ਪਿੰਡ, ਗਿਲਵਾਲੀ ਪਿੰਡ ਵੱਖਰਾ ਸੀਗਾ, ਆ ਤੁੰਗਾ ਪਿੰਡ ਜਿੱਥੇ ਤੁਸੀਂ ਬੈਠੇ ਹੋ ਇਹ ਵੱਖਰਾ ਸੀਗਾ ਜੀ। ਗੁਮਟਾਲਾ ਵੱਖਰਾ ਸੀਗਾ। ਪਰ ਸਮੇਂ ਦੇ ਨਾਲ ਇਹ ਸਾਰੇ ਅੰਮ੍ਰਿਤਸਰ ਵਿੱਚ ਆ ਗਏ ਜੀ। ਤੇ ਇਹ 4 ਪਿੰਡਾਂ ਦੇ ਨਾਮ ਹੈ ਨਾ ਜੀ। ਹੁਣ ਤੇ ਪਤਾ ਹੀ ਨਹੀਂ ਅੰਮ੍ਰਿਤਸਰ ਵਿੱਚ ਕਿੰਨੇ ਪਿੰਡ ਪੈਂਦੇ ਆ ਜੀ।
ਜ਼ਿਲ੍ਹਾ ਬਣ ਗਿਆ। ਮਹਾਰਾਜ ਕਹਿੰਦੇ ਸੀ ਸਮੇਂ ਨਾਲ ਬੜਾ ਵੱਡਾ ਨਗਰ ਬਣ ਜਾਣਾ ਅੰਮ੍ਰਿਤਸਰ ਸਾਹਿਬ। ਸੋ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਏ। ਜਿੱਥੇ ਗੁਰਦੁਆਰਾ ਗੁਰੂ ਕਾ ਮਹਿਲ ਹੈ ਨਾ ਅੱਜ, ਉੱਥੇ ਨਿਸ਼ਾਨਦੇਹੀ ਕੀਤੀ ਜੀ, ਅਰਦਾਸ ਕੀਤੀ ਤੇ ਮਿਸ਼ਠਾਨ ਪ੍ਰਸ਼ਾਦ ਲਿਆਂਦਾ, ਮਿੱਠਾ ਲਿਆਂਦਾ, 3 ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਤੇ ਦੋਵਾਂ ਨੇ, ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਮਿਲ ਕੇ ਅੰਮ੍ਰਿਤਸਰ ਦੀ ਮੋੜੀ ਗੱਡੀ ਜੀ। ਮੋੜੀ ਗੱਡਣਾ ਇੱਕ ਪੁਰਾਣਾ ਸ਼ਬਦ ਹੈਗਾ ਜੀ ਸਾਡਾ। ਅੰਮ੍ਰਿਤਸਰ ਦੀ ਮੋੜੀ ਗੱਡੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਥੋਂ ਫਿਰ ਅੰਮ੍ਰਿਤਸਰ ਦੀ ਸ਼ੁਰੂਆਤ ਹੋਈ ਤੇ ਨਾਮ ਉਦੋਂ ਕੀ ਰੱਖਿਆ ਜੀ? ਗੁਰੂ ਕਾ ਚੱਕ। ਗੁਰੂ ਕਾ ਚੱਕ ਇਸ ਨਗਰ ਦਾ ਨਾਮ ਰੱਖਿਆ। ਅੱਜ ਸਾਰੇ ਸੰਸਾਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਪ੍ਰਸਿੱਧ ਹੈਗਾ ਜੀ। ਇਹ ਗੁਰੂ ਦੀ ਮਿਹਰ ਹੈ, ਗੁਰੂ ਦੀ ਬਖਸ਼ਿਸ਼ ਹੈ। ਭਾਗਾਂ ਵਾਲੇ ਉਹ ਜੀਵ ਨੇ ਜਿਨ੍ਹਾਂ ਦੇ ਅੰਮ੍ਰਿਤਸਰ ਵਿੱਚ ਘਰ ਹੈਗੇ ਆ ਜੀ। ਉਹਦੇ ਤੋਂ ਵੀ ਵੱਧ ਭਾਗਾਂ ਵਾਲੇ ਉਹ ਜੀਵ ਨੇ ਜਿਨ੍ਹਾਂ ਦੇ ਦਰਬਾਰ ਸਾਹਿਬ ਲਾਗੇ ਘਰ ਹੈਗੇ ਆ ਜੀ। ਕਿਉਂ? ਉਹ ਸਾਰੀ ਧਰਤੀ ਗੁਰੂ ਜੀ ਦੀ ਚਰਨ ਛੋਹ ਧਰਤੀ ਹੈ। ਪਤਾ ਨਹੀਂ ਕਿਹੜੇ ਵੇਲੇ ਕਿੱਥੇ ਮਹਾਰਾਜ ਨੇ ਆ ਕੇ ਉੱਥੇ ਚਰਨ ਪਾਏ ਹੈ, ਇਹਦਾ ਕੋਈ ਅੰਦਾਜ਼ਾ ਨਹੀਂ ਹੈਗਾ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਬਾਬਾ ਜੀ ਨੇ, ਗੁਰੂ ਰਾਮਦਾਸ ਜੀ ਨੇ ਮਿਲ ਕੇ ਇੱਟਾਂ ਦਾ ਆਵਾ ਪਕਵਾਇਆ ਜੀ। ਕੱਲ ਵੀ ਬੇਨਤੀ ਕੀਤੀ ਸੀਗੀ, ਉਹ ਬੇਨਤੀ ਕਰਕੇ ਕਥਾ ਤੋਰੀਏ ਅੱਗੇ। ਪਹਿਲੇ ਸਮੇਂ ਸਾਧ ਸੰਗਤ ਜੀ ਇੱਟਾਂ ਇੰਜ ਨਹੀਂ ਸੀ ਵੀ ਫੋਨ ਕੀਤਾ ਤੇ ਆਵੇ ਤੋਂ ਤੇ ਇੱਟਾਂ ਆ ਜਾਣਗੀਆਂ ਪੱਠੇ ਤੋਂ। ਇੱਟਾਂ ਦੇ ਆਵੇ ਆਪ ਪਕਵਾਉਣੇ ਪੈਂਦੇ ਸੀਗੇ ਜਾ ਕੇ। ਬੜਾ ਬੜਾ ਸਮਾਂ ਪਹਿਲਾਂ ਕਹਿਣਾ ਪੈਂਦਾ। ਉਦੋਂ ਇੰਨੇ ਪੱਠੇ ਨਹੀਂ ਸੀ ਹੁੰਦੇ ਜੀ। ਤੇ ਪਰ ਉਦੋਂ ਦੀ ਜਿਹੜੀ ਬਣੀ ਇੱਟ ਹੈ ਨਾ ਜੀ, ਉਹ ਅੱਜ ਦੀਆਂ ਇੱਟਾਂ ਨਾਲੋਂ ਮਜ਼ਬੂਤ ਹੈਗੀ ਹੈ ਜੀ। ਹਾਂਜੀ, ਸਮੇਂ ਨਾਲ ਹੇਰਾ ਫੇਰੀ ਇੰਨੀ ਹੋਣ ਲੱਗ ਪਈ ਹੈ ਜੀ। ਉਹ ਇੱਟਾਂ ਦੇ ਆਵੇ ਜਿਹੜੇ ਆ ਨਾ ਜੀ, ਉਹ ਪਕਵਾਏ ਤੇ ਫਿਰ ਇੱਟਾਂ ਮੰਗਵਾਈਆਂ ਤੇ ਕਈ ਮਹੀਨੇ ਲਾ ਕੇ ਤੇ ਘਰ ਬਣਵਾਇਆ ਜੀ ਉੱਥੇ ਜੀ, ਗੁਰੂ ਕਾ ਮਹਿਲ। ਹੁਣ ਤੇ ਬੜੀ ਵੱਡੀ ਬਿਲਡਿੰਗ ਹੈ, 9 ਮੰਜ਼ਲਾ ਅਸਥਾਨ ਹੈ ਉਹ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉੱਥੇ ਆਗਮਨ ਹੋਇਆ ਜੀ। ਉਦੋਂ ਘਰ ਬਣਵਾਇਆ ਜੀ ਮਹਾਰਾਜ ਨੇ ਉੱਥੇ ਜੀ, ਘਰ ਬਣਵਾਇਆ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ ਪਿਆਰ ਦੇ ਨਾਲ, ਗੱਜ ਕੇ ਸਾਰੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪੁੰਨ ਸ਼੍ਰੀ ਅਮਰਦਾਸ ਜਿਮ ਕਹਿਓ। ਫਿਰ ਜਿਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅਗਲਾ ਹੁਕਮ ਸੀਗਾ ਵੀ ਪੂਰਬ ਵਾਲੇ ਪਾਸੇ ਜਾ ਕੇ ਸਰੋਵਰ ਬਣਾਉਣਾ ਹੈ। ਹਾਂਜੀ, ਸੋ ਸਿਮਰਤ ਸਰ ਸਿਰਜਨ ਚਾਹਿਓ। ਉਹ ਫਿਰ ਮਹਾਰਾਜ ਨੇ ਧਿਆਨ ਵਿੱਚ ਲਿਆਂਦਾ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ, ਵੀ ਹੁਣ ਸਰੋਵਰ ਦੀ ਆਰੰਭਤਾ ਕਰੀਏ ਜੀ। ਲੈ ਬ੍ਰਿਧ ਸੰਗ ਆਪ ਚੱਲ ਗਏ। ਤੇ ਗੁਰੂ ਰਾਮਦਾਸ ਸਾਹਿਬ ਆਪ ਨਹੀਂ ਇਕੱਲੇ ਸਰੋਵਰ ਵਾਲੀ ਜਗ੍ਹਾ ਲੱਭਣ ਗਏ ਜੀ। ਕਿਉਂ? ਜਗ੍ਹਾ ਲੱਭਣੀ ਹੈ ਨਾ ਜੀ ਪੂਰਬ ਵਾਲੇ ਪਾਸੇ। ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਕੇ ਗਏ ਜੀ। ਹਾਂਜੀ, ਪੂਰਬ ਦਿਸ਼ਾ ਗ੍ਰਾਮ ਤੇ ਆਏ। ਤੇ ਉਹ ਜਿਹੜਾ ਨਗਰ ਬਣਾਇਆ, ਘਰ ਬਣਾਇਆ, ਉਥੋਂ ਪੂਰਬ ਵਾਲੇ ਪਾਸੇ ਨੂੰ ਤੁਰੇ। ਇਤ ਉਤ ਵਿਚਰਤ ਥਲ ਕੋ ਹੇਰੇ। ਤੇ ਉਦੋਂ ਤੇ ਖੁੱਲੀ ਥਾਂ ਸੀਗੀ ਜੀ। ਹਾਂਜੀ, ਹੋ ਸਕਦਾ ਖੇਤ ਖਲਿਆਣ ਵੀ ਨਾ ਹੋਣ ਜੀ ਉਦੋਂ ਉੱਥੇ ਜੀ, ਵੈਸੇ ਥਾਂ ਹੀ ਹੋਵੇ ਪੱਧਰੀ ਜੀ। ਕਿਉਂ? ਖੇਤ ਅਜੇ ਉਦੋਂ ਇੰਨੇ ਲੋਕ ਨਹੀਂ ਸੀ ਇੱਥੇ ਵੱਸਦੇ ਜੀ। ਉਹ ਮਹਾਰਾਜ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਨਾ ਜੀ ਕੁਝ ਸਿੱਖਾਂ ਦੇ ਨਾਲ ਰਲ ਕੇ ਜਗ੍ਹਾ ਵੇਖਦੇ, ਫਿਰ ਜਗ੍ਹਾ ਵੇਖ ਰਹੇ ਆ ਜੀ, ਇੱਧਰ ਉੱਧਰ ਵਿਚਰ ਕੇ। ਸ਼੍ਰੀ ਗੁਰੂ ਅਮਰਦਾਸ ਬਾਕ ਕੇ ਪ੍ਰੇਰੇ। ਗੁਰੂ ਅਮਰਦਾਸ ਜੀ ਦਾ ਬਚਨ ਸੀਗਾ, ਉਸ ਬਚਨ ਅਨੁਸਾਰ ਜਗ੍ਹਾ ਵੇਖ ਰਹੇ ਵੀ ਸਰੋਵਰ ਕਿੱਥੇ ਬਣਾਉਣਾ ਹੈ ਜੀ। ਹਾਂਜੀ, ਜਿਸ ਪ੍ਰਕਾਰ ਕੇ ਪਤੇ ਬਤਾਏ। ਉਹ ਜਿਸ ਤਰੀਕੇ ਦੇ ਗੁਰੂ ਅਮਰਦਾਸ ਜੀ ਨੇ ਪਤੇ ਦੱਸੇ ਸੀਗੇ ਜੀ। ਹਾਂਜੀ, ਖੋਜਤ ਫਿਰਤ ਸਰਬ ਹੀ ਥਾਏ। ਗੱਜ ਕੇ ਆਖੋ ਵਾਹਿਗੁਰੂ। ਬੜਾ ਵੱਡਾ ਕਾਰਜ ਹੈ ਜੀ ਇਹ ਜੀ। ਅਸਥਾਨ ਬਣਾਉਣਾ, ਤੀਰਥ ਪ੍ਰਗਟ ਕਰਨਾ ਹੈ।
ਚੰਗੀ ਤਰ੍ਹਾਂ ਖੋਜ ਕੇ ਵੇਖ ਰਹੇ ਬਾਬਾ ਬੁੱਢਾ ਜੀ ਗੁਰੂ ਰਾਮਦਾਸ ਸਾਹਿਬ ਜੀ ਸੇਵਕ ਰੂਪ ਵਿੱਚ ਹਨ। ਖੋਜ ਕੇ ਵੇਖ ਰਹੇ ਆ ਵੀ ਉਹ ਜਗ੍ਹਾ ਕਿਹੜੀ ਹੈ ਜਿਹਦੀ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਕਰ ਰਹੇ ਆ। ਹਾਂਜੀ। ਪੁੰਨ ਉੱਤਰ ਦਿਸ਼ ਮੁਖ ਕਰ ਚੱਲੇ, ਹਾਂਜੀ। ਬਦਰੀ ਆਦ ਬਰੰਦ ਤਰ ਖਾਲੇ। ਫਿਰ ਉੱਤਰ ਦਿਸ਼ਾ ਵੱਲ ਨੂੰ ਮੁਖ ਕਰਕੇ ਤੁਰ ਪਏ ਜੀ। ਮਹਾਰਾਜ ਨੇ ਪੂਰਬ ਵਾਲਾ ਪਾਸਾ ਕਿਹਾ, ਪੂਰਬ ਵਾਲੇ ਪਾਸੇ ਗਏ ਉੱਤਰ ਵਾਲੇ ਪਾਸੇ ਨੂੰ ਮੁਖ ਕੀਤਾ ਜੀ। ਤੇ ਜਦੋਂ ਉੱਤਰ ਵਾਲਾ ਪਾਸਾ ਵੇਖਿਆ ਤੇ ਉੱਥੇ ਇੱਕ ਬੇਰੀਆਂ ਦਾ ਝੁੰਡ ਖੜਾ ਸੀਗਾ ਜੀ, ਬੜਾ ਵੱਡਾ ਜੀ। ਹਾਂਜੀ। ਸਨੇ ਸਨੇ ਥਲ ਦੇਖਤ ਜਾਮੈ। ਹੌਲੀ ਹੌਲੀ ਉਹ ਜਗ੍ਹਾ ਵੇਖਦੇ ਹੋਏ ਜਾ ਰਹੇ ਜੀ, ਅੱਗੇ ਜਾ ਰਹੇ ਆ। ਬੇਰੀਆਂ ਦਾ ਝੁੰਡ ਹੈ ਜੀ ਉੱਥੇ ਜੀ, ਬੜਾ ਜੀ। ਬੇਰੀਆਂ ਹੀ ਬੇਰੀਆਂ ਨੇ, ਬੇਰੀਆਂ ਹੀ ਬੇਰੀਆਂ ਨੇ। ਅਬਿਲਾਖਤ ਸੋ ਪਤੇ ਜੇ ਪਾਵਹਿ। ਤੇ ਉਸ ਅਸਥਾਨ ਦਾ ਸੋਚਣ ਦੇ ਵੀ ਉਹ ਪਤਾ ਪਾਈਏ, ਪਤਾ ਲਾਈਏ ਜਿਸ ਜਗ੍ਹਾ ਬਾਰੇ ਗੁਰੂ ਅਮਰਦਾਸ ਜੀ ਨੇ ਸਾਨੂੰ ਹੁਕਮ ਕੀਤਾ ਹੈ ਵੀ ਅਸਥਾਨ ਪ੍ਰਗਟ ਕਰਨਾ ਹੈ। ਹਾਂਜੀ। ਬ੍ਰਿਸ਼ ਸਿੰਸ ਪਾ ਜਬੈ ਨਿਹਾਰਾ। ਚਲਦਿਆਂ ਅੱਗੇ ਨਿਕਲ ਗਏ ਜੀ ਥੋੜਾ ਜੀ, ਤੇ ਸੰਗਤਾਂ ਨਾਲ ਨੇ। ਤੇ ਅੱਗੇ ਨਾ ਜੀ ਸਿੰਸਪਾ ਬ੍ਰਿਛ। ਸਿੰਸਪਾ ਕਿਹਨੂੰ ਕਹਿੰਦੇ ਭਲਾ? ਟਾਹਲੀ ਨੂੰ ਜੀ। ਇੱਕ ਟਾਹਲੀ ਦਾ ਰੁੱਖ ਆਇਆ ਜੀ। ਹਾਂਜੀ। ਲਖਿਓ ਪਤਾ ਜੋ ਗੁਰੂ ਉਚਾਰਾ। ਤੇ ਜਗ੍ਹਾ ਉਹ ਵੀ ਪੱਧਰੀ ਸੀਗੀ ਤੇ ਮਨ ਵਿੱਚ ਫੁਰਨਾ ਬਣਿਆ ਵੀ ਇਸ ਜਗ੍ਹਾ ਬਾਰੇ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ। ਹਾਂਜੀ। ਤਿਸਕੇ ਤਰੇ ਬਿਰਾਜੇ ਜਾਏ। ਉਸ ਟਾਹਲੀ ਦੇ ਹੇਠਾਂ ਗੁਰੂ ਰਾਮਦਾਸ ਜੀ ਵੀ ਸੱਜ ਗਏ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਸੱਜ ਗਏ ਜੀ। ਹਾਂਜੀ। ਤਿਸ ਆਗੈ ਸਰ ਕੋ ਪਿਖ ਥਾਏ। ਤੇ ਜਗ੍ਹਾ ਬੜੀ ਖੁੱਲੀ ਹੈ ਜੀ, ਤੇ ਫੁਰਨਾ ਬਣਿਆ ਵੀ ਇੱਥੇ ਸਰੋਵਰ ਬਣ ਜਾਵੇ, ਇੱਥੇ ਸਰੋਵਰ ਬਣੇ। ਹਾਂਜੀ। ਬ੍ਰਿਧ ਕੇ ਸੰਮਤ ਹੋਏ ਥਲ ਜੋਵਾ। ਪਾਵਨ ਪਰਮ ਪ੍ਰਥਮ ਜੋ ਹੋਵਾ। ਬ੍ਰਿਧ ਕੇ ਸੰਮਤ ਹੋਏ ਥਲ ਜੋਵਾ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੋ ਕੇ ਤੇ ਜਗ੍ਹਾ ਦੇਖੀ ਜੀ। ਪਾਵਨ ਪਰਮ ਪ੍ਰਥਮ ਜੋ ਹੋਵਾ, ਜਿਹੜਾ ਪਹਿਲਾ ਉਹ ਪਵਿੱਤਰ ਥਾਂ ਵੇਖਿਆ ਜੀ ਉਹਨਾਂ ਨੇ। ਹਾਂਜੀ। ਚਾਹੂੰ ਔਰ ਤੇ ਫਿਰ ਕਰ ਹੇਰਾ। ਸਰਬ ਪ੍ਰਕਾਰ ਲਖੀ ਤਿਸ ਬੇਰਾ। ਪਹਿਲਾਂ ਤੇ ਟਾਹਲੀ ਦੇ ਹੇਠਾਂ ਬੈਠ ਗਏ ਨਾ ਜੀ ਮਹਾਰਾਜ ਤੇ ਧੰਨ ਬਾਬਾ ਬੁੱਢਾ ਸਾਹਿਬ, ਤੇ ਉਹ ਜਗ੍ਹਾ ਵੇਖੀ ਵੀ ਬੜੀ ਖੁੱਲੀ ਜਗ੍ਹਾ। ਫਿਰ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਤੇ ਸਿੱਖ ਆਸੇ ਪਾਸੇ ਪਰਿਕਰਮਾ ਕਰਦੇ ਆ, ਵੇਖਦੇ ਆ ਜਗ੍ਹਾ ਨੂੰ। ਹਾਂ। ਕਲਪਤ ਕਰੇ ਤਹਾਂ ਚਹੋਂ ਕੋਨਾ। ਹਾਂਜੀ। ਬ੍ਰਿਧ ਕੋ ਦਿਖਰਾਏ ਸਥਲ ਤੋਨਾ। ਤੇ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੂੰ ਵਿਖਾਇਆ ਗਿਆ ਸਾਰੀ ਥਾਂ ਵੀ ਬਾਬਾ ਜੀ ਜੇ ਇੱਥੇ ਸਰੋਵਰ ਬਣ ਜੇ। ਤੇ ਬਾਬਾ ਜੀ 7 ਵਚਨ ਕਹਿਣ ਲੱਗ ਪਏ ਜੀ। ਹਾਂਜੀ। ਤੇ ਕਲਪਤ ਕਰੇ ਤਹਾਂ ਚਹੋਂ ਕੋਨਾ। ਉਥੇ 4 ਨੁੱਕਰਾਂ ਕਲਪਤ ਕਰ ਲਈਆਂ ਵੀ ਇੱਕ ਨੁੱਕਰ ਉਹ ਰੱਖਣੀ ਹੈ, ਇੱਕ ਉਹ ਰੱਖਣੀ ਹੈ, ਇੱਕ ਇੱਧਰ ਰੱਖਣੀ ਹੈ। ਕਲਪ ਲਿਆ ਵੀ 4 ਨੁੱਕਰਾਂ ਸਰੋਵਰ ਬਣਾਉਣਾ ਇੱਥੇ। ਹਾਂਜੀ। ਤਿਸ ਦਿਨ ਨਿਸ਼ਚੈ ਕਰ ਬਿਦ ਨੀਕੇ। ਉਸ ਦਿਨ ਨਾ ਜੀ ਸਰੋਵਰ ਨੂੰ ਨਿਸ਼ਚਿਤ ਕਰ ਲਿਆ ਵੀ ਇੱਥੇ ਇੰਨਾ ਵੱਡਾ ਸਰੋਵਰ ਬਣਾਉਣਾ ਹੈ। ਹਾਂਜੀ। ਪਰਖੇ ਪਤੇ ਕਹੇ ਗੁਰ ਹੀ ਕੇ। ਤੇ ਚੰਗੀ ਤਰ੍ਹਾਂ ਪਰਖ ਲਿਆ ਜਿਹੜਾ ਪਤਾ ਮਹਾਰਾਜ ਗਰੀਬ ਨਵਾਜ ਜੀ ਨੇ ਦੱਸਿਆ ਸੀਗਾ। ਹਾਂਜੀ। ਨਿਸਮੈ ਜਾਏ ਕਰਿਓ ਬਿਸਰਾਮਾ। ਰਾਤ ਨੂੰ ਮਹਾਰਾਜ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਤੇ ਸੇਵਕ ਜਿਹੜਾ ਘਰ ਬਣਾਇਆ ਗੁਰੂ ਕਾ ਮਹਿਲ, ਉੱਥੇ ਵਿਸ਼ਰਾਮ ਕੀਤਾ ਜੀ। ਸਾਰਾ ਦਿਨ ਲਾਇਆ ਜੀ ਥਾਂ ਲੱਭਣ ਵਾਸਤੇ। ਥਾਂ ਵੇਖੀ ਹੈ, ਫਿਰ ਉਹਦੇ 4 ਕੋਨੇ ਨੀਅਤ ਕੀਤੇ ਹੈ। ਰਾਤ ਨੂੰ ਫਿਰ ਜਾ ਕੇ ਵਿਸ਼ਰਾਮ ਕੀਤਾ। ਬਸਨੇ ਹੇਤ ਬਨੇ ਜਿਹ ਧਾਮਾ। ਹਾਂਜੀ। ਜਾਮ ਜਾਮਨੀ ਜਾਗਰਤ ਭਏ। ਅੰਮ੍ਰਿਤ ਵੇਲੇ ਫਿਰ ਜਾਗੇ ਜੀ ਸਾਰੇ। ਹਾਂਜੀ। ਸੌਚ ਇਸ਼ਨਾਨ ਆਦ ਸਭ ਕਏ। ਸੌਚ ਇਸ਼ਨਾਨ ਸਾਰਿਆਂ ਨੇ ਕੀਤਾ ਜੀ। ਇਸ਼ਨਾਨ ਪਾਨ ਕੀਤਾ। ਭਏ ਪ੍ਰਕਾਸ਼ ਮਿਟਿਓ ਅੰਧਕਾਰਾ। ਪਰਮੇਸ਼ਰ ਦੀ ਭਗਤੀ ਕੀਤੀ ਜੀ ਕੁਝ ਸਮਾਂ। ਫਿਰ ਦਿਨ ਚੜ ਗਿਆ ਜੀ।
ਹਾਂਜੀ। ਸਾਰ ਕਾਰਜ ਕੋ ਤਬੈ ਵਿਚਾਰਾ। ਤੇ ਸਰੋਵਰ ਬਣਾਉਣ ਦਾ ਕਾਰਜ ਜਿਹੜਾ ਸੀ ਨਾ, ਹੁਣ ਸੋਚਿਆ ਵੀ ਉਹ ਆਰੰਭੀਏ। ਥਾਂ ਤੇ ਨੀਅਤ ਹੋ ਗਈ ਜੀ, ਹੁਣ ਜਗ੍ਹਾ ਦਾ ਕਾਰਜ ਆਰੰਭੀਏ ਜੀ। ਹਾਂਜੀ। ਬਹੁ ਮਿਸ਼ਟਾਨ ਅਨਾਵਨ ਕੀਨਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਮਠਿਆਈ ਮੰਗਵਾਈ ਜੀ ਉਸ ਦਿਨ। ਹਾਂਜੀ। ਸਿੱਖਿਅਨ ਤੇ ਉਚਾਵਨ ਸੋ ਲੀਨਾ। ਗੁਰੂ ਕੇ ਸਿੱਖ ਉਦੋਂ ਸਿਰਾਂ ਤੇ ਚੁੱਕ ਕੇ ਲੈ ਕੇ ਮਠਿਆਈ ਆਏ ਵੀ ਅੱਜ ਸਰੋਵਰ ਦੀ ਆਰੰਭਤਾ ਕਰਨੀ ਹੈ। ਹਾਂਜੀ। ਬ੍ਰਿੰਦ ਮਜੂਰ ਜੋ ਹੁਤੇ ਅਗਾਰੇ। ਮਜ਼ਦੂਰਾਂ ਦੇ ਟੋਲੇ ਸੱਦੇ ਗਏ ਕੰਮ ਵਾਸਤੇ ਜੀ। ਉਦੋਂ ਸੰਗਤ ਨਹੀਂ ਨਾ ਜੀ ਅਜੇ ਆਈ ਇੰਨੀ। ਹਾਂਜੀ। ਤਿੰਨ ਜੁਤ ਅਪਰ ਸਮੂਹ ਹਕਾਰੇ। ਉਹਨਾਂ ਸਮੇਤ ਫਿਰ ਹੋਰ ਲੋਕਾਂ ਨੂੰ ਵੀ ਸੱਦਿਆ ਵੀ ਆਓ, ਗੁਰੂ ਅਮਰਦਾਸ ਜੀ ਦੇ ਬਚਨਾਂ ਅਨੁਸਾਰ ਇੱਥੇ ਸਰੋਵਰ ਬਣਾਉਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਮਹਾ ਟੋਲ ਕਰ ਸੰਗ ਸਿਧਾਰੇ। ਤੇ ਸਾਧ ਸੰਗਤ ਜੀ ਬੜੇ ਟੋਲੇ ਚੱਲ ਕੇ ਆਏ ਜੀ ਵੀ ਆਓ ਖੁਦਵਾਈ ਕਰਨੀ। ਖੁਦਵਾਈ ਕਰਨਾ ਕਿਹੜਾ ਸੌਖਾ ਕੰਮ ਹੈ ਜੀ। ਹਾਂਜੀ। ਮੰਗਲ ਕੀਨਸ ਅਨਕ ਪ੍ਰਕਾਰੇ। ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਵੀ ਗੁਰੂ ਅਮਰਦਾਸ ਜੀ ਦੇ ਬਚਨ ਅਨੁਸਾਰ ਗੁਰੂ ਰਾਮਦਾਸ ਜੀ ਜੋ ਸੇਵਕ ਰੂਪ ਵਿੱਚ ਸਨ, ਉਹਨਾਂ ਨੇ ਬਾਬਾ ਬੁੱਢਾ ਜੀ ਨੇ ਰਲ ਕੇ ਸਰੋਵਰ ਆਰੰਭ ਕਰਨਾ ਹੈ। ਹਾਂਜੀ। ਗਏ ਸਿੰਸਪਾ ਤਰ ਕੇ ਤਰੇ। ਟਾਲੀ ਦੇ ਦਰਖਤ ਦੇ ਹੇਠਾਂ ਮਹਾਰਾਜ ਚਲੇ ਗਏ ਜੀ। ਹਾਂਜੀ। ਤਹਾਂ ਜਾਏ ਸਗਰੀ ਬਿਦ ਕਰੇ। ਉਥੇ ਫਿਰ ਸਾਰੀ ਵਿਧੀ ਕੀਤੀ ਜੀ। ਹੁਣ ਸੁਣਿਓ, ਸਰੋਵਰ ਦੀ ਕਾਰ ਸੇਵਾ ਆਰੰਭ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਜੀ ਕੀ ਕਰਦੇ ਆ ਜੀ। ਹਾਂਜੀ। ਨਾਮ ਲੀਨ ਤਿੰਨੋਂ ਗੁਰ ਕੇਰਾ। ਬਾਬਾ ਬੁੱਢਾ ਸਾਹਿਬ ਜੀ ਨੇ 3 ਗੁਰੂ ਸਾਹਿਬਾਂ ਦਾ ਨਾਮ ਦਿੱਤਾ ਜੀ। ਆਖੋ ਪਿਆਰ ਨਾਲ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਤੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 3 ਗੁਰੂ ਸਾਹਿਬਾਨ ਦਾ ਨਾਮ ਲਿਆ ਜੀ ਬਾਬਾ ਜੀ ਨੇ। ਹਾਂਜੀ। ਕਰ ਅਰਦਾਸ ਖਰੇ ਤਿਸ ਬੇਰੇ। ਤੇ ਅਰਦਾਸ ਕੀਤੀ ਵੀ ਮਹਾਰਾਜ ਆਪ ਜੀ ਦੇ ਬਖਸ਼ੇ ਉਦਮ ਸਦਕਾ ਤੁਹਾਡੇ ਹੁਕਮ ਨਾਲ ਸਰੋਵਰ ਦੀ ਆਰੰਭਤਾ ਕਰਨ ਲੱਗੇ ਆ। ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਓ ਤੇ ਆਪ ਸਹਾਈ ਹੋਇਓ ਜੀ। ਹਾਂਜੀ। ਟੱਕ ਲਾਇਓ ਸਿਰਜਨ ਕਹੁਕਤਾਲ। ਤੇ ਫਿਰ ਸਰੋਵਰ ਬਣਾਉਣ ਵਾਸਤੇ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਮਿਲ ਕੇ ਫਿਰ ਟੱਕ ਲਾਇਆ ਜੀ। ਹਾਂਜੀ। ਚਿਤਵਿਓ ਔਰ ਪਰ ਉਪਕਾਰ। ਚਿਤਵਿਓ ਔਰ ਉਪਕਾਰ ਵਿਸਾਲ। ਤੇ ਮਨ ਵਿੱਚ ਗੁਰੂ ਸਾਹਿਬ ਦਾ ਉਪਕਾਰ ਚੇਤੇ ਕੀਤਾ। ਗੁਰੂ ਅਮਰਦਾਸ ਜੀ ਉਪਕਾਰ ਕਰ ਰਹੇ ਐ, ਤੀਰਥ ਬਣਾ ਰਹੇ ਦੁਨੀਆ ਉੱਤੇ ਜੀ। ਹਾਂਜੀ। ਲੱਗੇ ਮਜੂਰ ਖਨਨ ਸਮੁਦਾਏ। ਬੜੇ ਮਜ਼ਦੂਰ ਲੱਗ ਗਏ ਜੀ। ਕਈਆਂ ਦਾ ਕਿ ਉਹ ਪਟਾਈ ਕਰਨ ਲੱਗ ਪਏ। ਤੁਸੀਂ ਸੁਣਿਆ ਬੌਲੀ ਬਣਾਉਣੀ ਸੀ ਤੇ ਕਿੰਨੇ ਲੋਕ ਲੱਗੇ ਸਨ, ਤੇ ਹੁਣ ਤੇ ਸਰੋਵਰ ਬਣਾਉਣਾ ਹੈ ਜੀ। ਹਾਂਜੀ। ਸਿਰ ਧਰ ਮਿਰਤਕਾ ਵਹਿਰ ਗਿਰਾਏ। ਸਿਰ ਤੇ ਮਿੱਟੀ ਦੀ ਟੋਕਰੀ ਰੱਖ ਕੇ ਤੇ ਬਾਹਰ ਸੁੱਟ ਕੇ ਆਉਂਦੇ ਆ ਜਾ ਕੇ ਜੀ। ਹਾਂਜੀ। ਇੱਕ ਖੋਦੈ ਇੱਕ ਮਿਰਤਕਾ ਭਰੈ। ਇੱਕ ਆਦਮੀ ਮਿੱਟੀ ਪੁੱਟਦਾ ਤੇ ਇੱਕ ਭਰ ਕੇ, ਇੱਕ ਉਠਾਏ ਕਰ ਬਾਹਰ ਕਰੈ। ਤੇ ਇੱਕ ਸਿਰ ਤੇ ਚੁੱਕ ਕੇ ਬਾਹਰ ਰੱਖ ਕੇ ਆਉਂਦਾ। ਲਗਾਤਾਰ ਕੰਮ ਚੱਲ ਰਿਹਾ, ਸਾਰੇ ਖੁਸ਼ ਬੜੇ ਆ ਜੀ। ਇੱਕ ਆਵੈ ਇੱਕ ਲੈ ਜਾਹੇ। ਇੱਕ ਆਉਂਦਾ ਆ ਰਿਹਾ, ਇੱਕ ਲੈ ਕੇ ਮਿੱਟੀ ਜਾ ਰਿਹਾ ਹੈ ਜੀ। ਹਾਂਜੀ। ਖਨਹਿ ਮਜੂਰ ਸਿੱਖਿਅਨ ਬਹੁ ਮਾਹੇ। ਤੇ ਖਨਹਿ ਮਜੂਰ ਸਿੱਖੇ ਬਹੁ ਮਾਹੇ। ਮਜ਼ਦੂਰ ਵੀ ਲੱਗੇ ਐ ਤੇ ਗੁਰੂ ਜੀ ਦੇ ਸਿੱਖ ਵੀ ਬੜੇ ਪਿਆਰ ਨਾਲ ਸੇਵਾ ਕਰ ਰਹੇ। ਧੰਨ ਭਾਗ ਸਾਨੂੰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਹਾਂਜੀ। ਇਸ ਵਿਦ ਕਰਿਓ ਆਰੰਭਨ ਤਾਲ। ਉਹ ਇਸ ਤਰੀਕੇ ਨਾਲ ਸਰੋਵਰ ਬਣਾਉਣਾ ਆਰੰਭ ਕੀਤਾ ਜੀ। ਹਾਂਜੀ। ਬੈਠੇ ਆਪ ਖਨਹਿ ਨਰ ਜਾਲ। ਤੇ ਮਹਾਰਾਜ ਬੈਠ ਜਾਂਦੇ ਆ, ਵਿੱਚ ਕੁਝ ਸਮਾਂ ਬਾਬਾ ਬੁੱਢਾ ਜੀ ਬੈਠਦੇ ਆ। ਮਜ਼ਦੂਰ ਸਿੱਖ ਸੰਗਤਾਂ ਸਾਰੇ ਸਰੋਵਰ ਦੀ ਪੁਟਾਈ ਕਰਦੇ ਆ ਜੀ। ਜਹਾਂ ਗ੍ਰਾਮ ਸਿਰਜਿਓ ਘਰ ਪਾਏ। ਤਹਾਂ ਕਾਰ ਕਰਤੇ ਸਮੁਦਾਏ। ਤੇ ਜਿੱਥੇ ਘਰ ਬਣਾਇਆ ਮਹਾਰਾਜ ਨੇ ਗੁਰੂ ਕਾ ਮਹਿਲ, ਉੱਥੇ ਆ ਕੇ ਆਰਾਮ ਕਰਦੇ ਆ। ਹਾਂਜੀ।
ਨਿਤ ਪ੍ਰਤ ਸਕਲ ਲੋਕ ਤਿਸ ਥਾਨ। ਹਰ ਰੋਜ਼ ਅੱਜ ਹੋਰ ਕੱਲ ਹੋਰ ਦਿਨੋਂ ਦਿਨ ਬੜੀ ਸੰਗਤ ਆਉਣ ਲੱਗ ਪਈ ਜੀ। ਹਾਂਜੀ। ਕਾਰ ਸੁਧਾਰਤ ਸਫਲ ਸੁਜਾਨ। ਤੇ ਬੜੇ ਪਿਆਰ ਨਾਲ ਨਾ ਸਾਰੇ ਸੇਵਾ ਕਰਦੇ ਆ ਜੀ। ਹਾਂਜੀ। ਕਿਤਕ ਦਿਵਸ ਮੈਂ ਕੇਤਕ ਕਰਿਓ, ਦਰਸ਼ਨ ਕੋ ਪੁਨ ਮਮ ਹਿਤ ਧਰਿਓ। ਗੱਜ ਕੇ ਆਖੋ। ਕੁਝ ਦਿਨਾਂ ਵਿੱਚ ਕਾਫੀ ਖੋਦਿਆ ਗਿਆ ਜੀ, ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਫੁਰਨਾ ਗੁਰੂ ਰਾਮਦਾਸ ਜੀ ਦੇ ਮਨ 'ਚ ਬਣਿਆ ਵੀ ਕਿੰਨੇ ਦਿਨ ਹੋ ਗਏ ਆ ਕੇ ਬੈਠੇ ਆ, ਆਪਣੇ ਗੁਰੂ ਜੀ ਦੇ ਤੇ ਦਰਸ਼ਨ ਹੀ ਨਹੀਂ ਕੀਤੇ ਜੀ। ਹਾਂਜੀ। ਜਦੋਂ ਇਹ ਫੁਰਨਾ ਬਣਿਆ ਨਾ ਜੀ, ਤੇ ਖਿੱਚ ਪੈ ਗਈ ਮਨ ਵਿੱਚ ਜੀ। ਤੇ ਤੁਹਾਨੂੰ ਪਤਾ ਜਦੋਂ ਖਿੱਚ ਪੈ ਜੇ ਫਿਰ ਰਿਹਾ ਨਹੀਂ ਸੀ ਜਾਣਾ ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ। ਹਾਂਜੀ। ਗੋਇੰਦਵਾਲ ਕੀਨ ਪ੍ਰਸਥਾਨਾ, ਜਹ ਸ਼੍ਰੀ ਅਮਰਦਾਸ ਸਥਿਤ ਥਾਨਾ। ਤੇ ਗੁਰੂ ਰਾਮਦਾਸ ਜੀ ਚਲਦੀ ਸੇਵਾ ਛੱਡ ਕੇ ਨਾ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਗਏ ਜੀ, ਸ੍ਰੀ ਗੁਰੂ ਅਮਰਦਾਸ ਜੀ ਦੇ। ਇਹ ਥੋੜੀ ਬੈਕਗਰਾਉਂਡ ਕਥਾ ਚੱਲ ਰਹੀ ਹੈ। ਹਾਂਜੀ। ਕਿਤਕ ਲੋਗ ਬਸਾਏ ਗ੍ਰਾਮ, ਬਸਨ ਲਗੇ ਰੁਚ ਆਪਣੇ ਧਾਮ। ਪਿੱਛੋਂ ਹੋਰ ਲੋਕ ਵੀ ਲਾਗੇ ਲਾਗੇ ਘਰ ਬਣਾਉਣ ਲੱਗ ਪਏ ਜੀ। ਕੁਝ ਹੋਰ ਲੋਕ ਵੀ ਆ ਗਏ ਜੀ ਗੁਰੂ ਕੇ ਚੱਕ ਵਿੱਚ ਜੀ, ਉੱਥੇ ਮਕਾਨ ਬਣਨ ਲੱਗ ਪਏ ਜੀ। ਆ ਭਾਈ ਸਾਹਿਬ ਬੈਠੇ ਸਾਹਮਣੇ ਬੜੇ ਭਾਗਾਂ ਵਾਲੇ, ਇਹਨਾਂ ਦਾ ਦਰਬਾਰ ਸਾਹਿਬ ਦੇ ਲਾਗੇ ਹੀ ਘਰ ਹੈਗਾ ਜੀ। ਹਾਂਜੀ। ਤੇ ਉਹ ਲਾਗੇ ਲਾਗੇ ਲੋਕ ਗੁਰੂ ਕੇ ਮਹਿਲ ਲਾਗੇ ਆ ਕੇ ਘਰ ਬਣਾਉਣ ਲੱਗ ਪਏ ਜੀ। ਹਾਂਜੀ। ਤਬ ਸ਼੍ਰੀ ਰਾਮਦਾਸ ਚੱਲ ਗਏ, ਉਧਰ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਕੋ ਚਲੇ ਗਏ ਜੀ। ਹਾਂਜੀ। ਚਰਨ ਕਮਲ ਗੁਰ ਬੰਦਤ ਭਏ, ਜਾ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਜੀ ਉਹਨਾਂ ਨੇ ਜੀ। ਹਾਂਜੀ। ਸਗਰੀ ਕਾਰ ਕਰੀ ਸੋ ਬਤਾਈ। ਸਾਰਾ ਕਾਰ ਦੱਸਿਆ ਜੀ। ਦੱਸਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਮਹਾਰਾਜ ਘਰ ਬਣ ਗਿਆ ਜਿੱਥੇ ਤੁਸੀਂ ਦੱਸਿਆ, ਤੁਹਾਡੀ ਕਿਰਪਾ ਦੇ ਨਾਲ ਸਾਰਾ ਕੁਝ ਹੋਇਆ। ਹਾਂਜੀ। ਸਦਨ ਗ੍ਰਾਮ ਸਿਰਜੇ ਸਮੁਦਾਈ। ਗੁਰੂ ਕਾ ਚੱਕ ਆਰੰਭ ਹੋ ਗਿਆ, ਘਰ ਵੀ ਬਣ ਗਿਆ, ਤੇ ਆਪ ਜੀ ਦੀ ਕਿਰਪਾ ਨਾਲ ਉੱਥੇ ਹੋਰ ਲੋਕ ਵੀ ਲਾਗੇ ਲਾਗੇ ਘਰ ਬਣਾਉਣ ਲੱਗ ਪਏ ਨੇ। ਹਾਂਜੀ। ਤਾਲ ਕੁਸ਼ਕ ਖਵਾਵਨ ਕੀਨਾ। ਤੇ ਮਹਾਰਾਜ ਥੋੜਾ ਜਿਹਾ ਸਰੋਵਰ ਪਟਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਥੋੜਾ ਜਿਹਾ ਪੁੱਟਿਆ ਵੀ ਗਿਆ। ਜਥਾ ਹੁਕਮ ਰਾਵਰ ਨੇ ਦੀਨਾ। ਜਿਸ ਤਰੀਕੇ ਨਾਲ ਆਪ ਜੀ ਨੇ ਹੁਕਮ ਕੀਤਾ ਸੀ ਉਵੇਂ ਉਹ ਸ਼ੁਰੂ ਹੋ ਗਿਆ। ਹਾਂਜੀ। ਸੁਨ ਸ਼੍ਰੀ ਅਮਰਦਾਸ ਧਾਰ ਧਿਆਨਾ। ਗੁਰੂ ਅਮਰਦਾਸ ਜੀ ਨੇ ਧਿਆਨ ਧਾਰਿਆ ਜੀ। ਹਾਂਜੀ। ਭੂਤ ਭਵਿੱਖਿਤ ਸਭ ਹੀ ਜਾਨਾ। ਮਹਾਰਾਜ ਤੇ ਭੂਤ ਬੀਤ ਚੁੱਕਾ ਸਮਾਂ, ਭਵਿੱਖ ਆਉਣ ਵਾਲਾ ਸਮਾਂ, ਮਹਾਰਾਜ ਸਾਰੀ ਗੱਲ ਜਾਣਦੇ ਆ। ਮਹਾਰਾਜ ਕੁਝ ਸਮਾਂ ਚੁੱਪ ਹੋਏ ਜੀ, ਨੇਤਰ ਬੰਦ ਕੀਤੇ ਸਤਿਗੁਰਾਂ ਨੇ। ਰਹੇ ਕਿਤਕ ਦਿਨ ਗੋਇੰਦਵਾਲ। ਮਹਾਰਾਜ ਸ਼ਾਂਤ ਰਹੇ ਜੀ। ਕੁਝ ਦਿਨ ਗੁਰੂ ਅਮਰਦਾਸ ਜੀ, ਵਾਹਿਗੁਰੂ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹੀ ਰਹੇ ਜੀ। ਹਾਂਜੀ। ਸਭ ਆਮਦ ਕੀ ਕਰਤ ਸੰਭਾਲ। ਹਾਂਜੀ। ਨਿਜ ਅਨੁਸਾਰ ਕਾਜ ਜੇ ਔਰ, ਕਰਤ ਭਏ ਸੋਢੀ ਸਰਮੌਰ। ਜਿਵੇਂ ਪਹਿਲਾਂ ਸੇਵਾ ਕਰਦੇ ਸੀਗੇ ਉਵੇਂ ਸੇਵਾ ਕਰਨ ਲੱਗ ਪਏ ਜੀ। ਹੁਣ ਗੁਰੂ ਅਮਰਦਾਸ ਜੀ ਨੇ ਹੁਕਮ ਹੀ ਨਹੀਂ ਕੀਤਾ ਵੀ ਵਾਪਸ ਜਾਓ, ਤੇ ਜਾਣ ਕਿਵੇਂ? ਮਹਾਰਾਜ ਕਹਿਣ ਵੀ ਹੁਣ ਵਾਪਸ ਜਾਓ, ਸਰੋਵਰ ਪੂਰਾ ਕਰਾਓ, ਉਹ ਮਹਾਰਾਜ ਨੇ ਹੁਕਮ ਨਹੀਂ ਕੀਤਾ ਜੀ। ਉਹ ਫਿਰ ਉਵੇਂ ਹੀ ਰਹਿਣ ਲੱਗ ਪਏ, ਸੇਵਾ ਕਰਨ ਲੱਗ ਪਏ। ਬਸ ਆਹ ਹੁੰਦਾ ਚ ਹੁਕਮੀ ਜੀਵਨ ਜੀ। ਹਾਂਜੀ। ਜਦੋਂ ਮਰਜ਼ੀ ਆਏ ਮੋਢੇ ਮਾਰਦੇ, ਜਦੋਂ ਮਰਜ਼ੀ ਚਲੇ ਗਏ, ਕੋਈ ਆਗਿਆ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਫਿਰ ਨਹੀਂ ਗੱਲ ਬਣਦੀ ਸਾਧ ਸੰਗਤ ਜੀ। ਹਾਂਜੀ। ਜਥਾ ਹੁਕਮ ਸਤਿਗੁਰ ਜਬ ਕਰੈ, ਤਥਾ ਸ਼ੀਘਰ ਹੀ ਬਚ ਅਨੁਸਰੈ। ਹੁਣ ਜਿਵੇਂ ਗੁਰੂ ਅਮਰਦਾਸ ਜੀ ਹੁਕਮ ਕਰਦੇ ਐ ਉਵੇਂ ਗੁਰੂ ਰਾਮਦਾਸ ਜੀ ਨੇ ਤੁਰਨਾ ਹੈ ਜੀ, ਉਵੇਂ ਵਾਪਸ ਜਾਣਾ ਅੰਮ੍ਰਿਤਸਰ। ਹਾਂਜੀ। ਨਿਸ ਦਿਨ ਇੱਕ ਸੇਵਾ ਕੇ ਤਤਪਰ, ਅਪਰ ਨਹੀਂ ਕਿਮ ਬਾਂਸ਼ਾਂ ਔਰ ਧਰ। ਹੁਣ ਦਿਨ ਰਾਤ ਸੇਵਾ 'ਚ ਗੁਰੂ ਰਾਮਦਾਸ ਸਾਹਿਬ ਤਤਪਰ। ਜੇ ਅੰਮ੍ਰਿਤਸਰ ਰਹਿੰਦੇ ਆ ਤਾਂ ਵੀ ਸੇਵਾ ਕਰਾਉਂਦੇ ਆ। ਸਰੋਵਰ ਆਪਣੀ ਵਡਿਆਈ ਲਈ ਥੋੜੀ ਖੁਦਵਾ ਰਹੇ ਆ, ਗੁਰੂ ਅਮਰਦਾਸ ਜੀ ਦੇ ਹੁਕਮ ਕਰਕੇ ਖੁਦਵਾ ਰਹੇ ਆ। ਤੇ ਇੱਥੇ ਆਏ ਗੋਇੰਦਵਾਲ ਸਾਹਿਬ,
ਮਹਾਰਾਜ ਦੇ ਹੁਕਮ 'ਚ ਸੇਵਾ ਕਰ ਰਹੇ ਆ। ਲੋਕ ਕਾਨ ਕੋ ਮਨ ਹੈ ਨਾਹੀ, ਮਾਨ ਬੜਾਈ ਨਹਿ ਚਿਤ ਚਾਹੀ। ਲੋਕ ਲਾਜ ਵੀ ਗੁਰੂ ਰਾਮਦਾਸ ਜੀ ਨਹੀਂ ਰੱਖਦੇ ਵੀ ਲੋਕ ਕੀ ਕਹਿਣਗੇ ਕਿ ਇਹ ਜਵਾਈ ਭਾਈ ਹੋ ਕੇ ਸੇਵਾ ਕਰਦਾ। ਲੋਕ ਲਾਜ ਵੀ ਛੱਡੀ ਹੈ। ਆਪਣੀ ਵਡਿਆਈ ਦੀ ਇੱਛਾ ਵੀ ਨਹੀਂ ਹੈਗੀ ਗੁਰੂ ਰਾਮਦਾਸ ਜੀ ਦੀ ਕਿ ਮੇਰੀ ਵਡਿਆਈ ਹੋਵੇ। ਹਾਂਜੀ। ਰਹਿ ਨਿਰਾਲਸ ਧੀਰਜ ਧਾਰੀ। ਅੱਛਾ, ਨਿਰ ਆਲਸ ਰਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਆਲਸ ਨਹੀਂ ਹੈ, ਧੀਰਜ ਬੜਾ ਵੱਡਾ ਗੁਰੂ ਰਾਮਦਾਸ ਜੀ ਦੇ ਵਿੱਚ ਜੀ। ਹਾਂਜੀ। ਦੇਗ ਆਦ ਕੀ ਕਰਤ ਸੰਭਾਰੀ। ਲੰਗਰ ਦੀ ਹੋਰ ਚੀਜ਼ਾਂ ਦੀ ਸੰਭਾਲ ਕਰ ਰਹੇ ਆ ਗੋਇੰਦਵਾਲ ਸਾਹਿਬ। ਸਭ ਗੁਰ ਘਰ ਕੋ ਖਰਚ ਚਲਾਵੇਂ, ਜੋ ਚਾਹੀਤ ਸੋ ਸਕਲ ਪੁਚਾਵੇਂ। ਜੋ ਚਾਹੀਦਾ ਹੈ ਉਹ ਉਸੇ ਵੇਲੇ ਪਹੁੰਚਾ ਦਿੰਦੇ ਆ, ਖਰਚਾ ਵੀ ਚਲਾਉਂਦੇ ਆ। ਹਾਂਜੀ। ਸਰਬ ਪ੍ਰਕਾਰ ਕਾਰ ਵੱਧ ਗਈ, ਨਿਤ ਸਵਧਾਨ ਸੰਭਾਰ ਸੋ ਲਈ। ਬਸ ਹਰ ਪ੍ਰਕਾਰ ਨਾਲ ਗੁਰੂ ਰਾਮਦਾਸ ਜੀ ਸੇਵਾ 'ਚ ਤਤਪਰ ਹੋਏ ਪਏ ਆ। ਹਾਂਜੀ। ਸਤਿਗੁਰ ਮਨ ਅਨੁਸਾਰੀ ਹੋਏ, ਨਿਰਹੰਕਾਰ ਕਾਰ ਕਰ ਸੋਏ। ਤੇ ਗੁਰੂ ਸਾਹਿਬ ਜੀ ਦਾ ਮਨ ਜਿਵੇਂ ਸੀਗਾ ਉਵੇਂ ਹੀ ਲੱਗੇ ਆ ਜੀ। ਹੁਣ ਮਹਾਰਾਜ ਨੇ ਇਹ ਹੁਕਮ ਨਹੀਂ ਕੀਤਾ ਵੀ ਅੰਮ੍ਰਿਤਸਰ ਜਾਓ, ਤੇ ਗੁਰੂ ਰਾਮਦਾਸ ਜੀ ਬੈਠੇ ਆ ਜੀ ਵੀ ਜਦੋਂ ਹੁਕਮ ਕਰਨਗੇ ਫਿਰ ਸਰੋਵਰ ਦੀ ਖੁਦਵਾਈ ਰੱਬ ਕਰਾ ਦੇਾਂਗੇ। ਗੱਜ ਕੇ ਆਖੋ ਵਾਹਿਗੁਰੂ। ਫਿਰ ਇੱਕ ਹੋਰ ਗੱਲ ਕਮਾਲ ਦੀ, ਤੁਹਾਨੂੰ ਸਾਨੂੰ ਇਹ ਗੱਲ ਸਾਡੇ ਬੁੱਧੀ 'ਚ ਆ ਜਾਏਗੀ ਵੀ ਮਹਾਰਾਜ ਨੂੰ ਚੇਤਾ ਭੁੱਲ ਗਿਆ ਵੀ ਉੱਥੇ ਤਾਂ ਸਰੋਵਰ ਆਰੰਭ ਕਰਾਇਆ। ਹਾਂਜੀ। ਤੇ ਮਹਾਰਾਜ ਨੂੰ ਚੇਤਾ ਕਰਾ ਦਈਏ ਵੀ ਮਹਾਰਾਜ ਆਗਿਆ ਦਿਓ, ਸਰੋਵਰ ਆਰੰਭ ਹੋਇਆ। ਗੁਰੂ ਰਾਮਦਾਸ ਜੀ ਨੇ ਇਹ ਵੀ ਨਹੀਂ ਕਿਹਾ ਜੀ। ਕਿਉਂ? ਉਹਨਾਂ ਨੂੰ ਪਤਾ ਹੈ ਗੁਰੂ ਅਮਰਦਾਸ ਜਾਣੀ ਜਾਣ ਨੇ, ਜੇ ਮੈਨੂੰ ਹੁਣ ਇੱਥੇ ਬਿਠਾਤਾ ਤਾਂ ਇਹਦੇ ਵਿੱਚ ਵੀ ਮੇਰਾ ਭਲਾ ਹੀ ਹੈ। ਹਾਂਜੀ। ਤਿਮ ਸੇਵਾ ਬਹੁ ਪਿਤ ਕੀ ਠਾਨੀ, ਮਨ ਬਾਚ ਕ੍ਰਮ ਤੇ ਨਿਸ ਦਿਨ ਭਾਨੀ। ਬਸ ਆਪਣੇ ਪਿਤਾ ਸਰੂਪ ਗੁਰੂ ਸਾਹਿਬ ਜੀ ਦੀ ਸੇਵਾ ਹੀ ਕਰੀ ਜਾਂਦੇ ਆ। ਮਨ ਕਰਕੇ ਵੀ ਕਰਦੇ ਆ, ਬਚਨਾ ਕਰਕੇ ਵੀ ਕਰਦੇ ਆ, ਤੇ ਕਰਮਾਂ ਕਰਕੇ ਵੀ ਕਰਦੇ ਆ। 3 ਤਰੀਕੇ ਦੀ ਸੇਵਾ ਹੈ। ਗੱਜ ਕੇ ਆਖੋ ਵਾਹਿਗੁਰੂ। ਕਰਮ ਕਰਕੇ ਸਰੀਰ ਸੇਵਾ ਕਰ ਰਿਹਾ, ਪਰ ਜੇ ਮਨ ਨਾ ਵਿੱਚ ਸ਼ਾਮਲ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਫਿਰ ਉਹ ਐਕਸਰਸਾਈਜ਼ ਹੀ ਹੈਗੀ ਹੈ ਜੀ। ਮਨੋਂ ਵੀ ਸੇਵਾ ਕਰਦੇ ਆ ਜੀ, ਮਨੋਂ ਵੀ ਸੇਵਾ ਕਰਦੇ ਆ। ਹਾਂਜੀ। ਪਿਖ ਦੋਨੋਂ ਕੀ ਦਿਸ਼ ਗੁਰ ਸਾਚੋ, ਲੇਸ਼ ਵਿਕਾਰ ਨਾ ਜਿਨ ਮਨ ਰਾਚੋ। ਗੁਰੂ ਅਮਰਦਾਸ ਜੀ ਜਾਣੀ ਜਾਣ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਸਰੋਵਰ ਦਾ ਨਾਮ ਹੀ ਨਹੀਂ ਲੈ ਰਹੇ। ਤੇ ਮਹਾਰਾਜ ਇਹ ਗੱਲ ਵੇਖ ਕੇ ਵੀ ਬੜੇ ਖੁਸ਼ ਹੋਏ ਜੀ। ਪਤੀ ਪਤਨੀ ਬੜੇ ਪਿਆਰ ਨਾਲ ਸੇਵਾ ਕਰ ਰਹੇ ਆ। ਗੁਰੂ ਰਾਮਦਾਸ ਜੀ ਦੀ ਤੇ ਬੀਬੀ ਭਾਨੀ ਜੀ ਦੀ ਬਣਦੀ ਬੜੀ ਸੀ ਆਪਸ ਵਿੱਚ ਜੀ। ਗੱਜ ਕੇ ਆਖੋ ਵਾਹ। ਇਹ ਵੀ ਰੱਬ ਦੀ ਮਿਹਰ ਹੋਵੇ ਤਾਂ ਹੈ। ਸਿਆਣੇ ਕਹਿੰਦੇ ਜਿੱਥੇ ਇਸਤਰੀ ਭਰਤੇ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ। ਜਿੱਥੇ ਦੋਵਾਂ ਜੀਆਂ ਦੀ ਬਣਦੀ ਨਾ ਹੋਵੇ, ਸਮਝੋ ਨਰਕੀ ਹੈਗਾ ਜੀ ਉਹ ਜੀ। ਮਹਾਰਾਜ ਵੇਖਦੇ ਇੰਨੀ ਸ਼ਾਂਤ ਜੋੜੀ ਹੈ। ਗੁਰੂ ਅਮਰਦਾਸ ਜੀ ਹਰ ਰੋਜ਼ ਖੁਸ਼ ਹੋ ਰਹੇ, ਹਰ ਰੋਜ਼ ਖੁਸ਼ ਹੋ ਰਹੇ। ਹੋਤ ਪ੍ਰਸੰਨ ਚਹਿਸ ਅਧਿਕਾਈ, ਦੀਜੈ ਹੈ ਅਬ ਗਾਦੀ ਗੁਰਿਆਈ। ਹੁਣ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਸਾਧ ਸੰਗਤ, ਥੋੜੀ ਜਿਹੀ ਕਥਾ ਬੈਕਗਰਾਉਂਡ ਹੈ। ਉਹ ਕੀ ਹੈ? ਕਹਿੰਦੇ ਉਧਰੋਂ ਗੁਰੂ ਅਮਰਦਾਸ ਜੀ ਦਾ ਫਿਰ ਫੁਰਨਾ ਬਣ ਗਿਆ ਸੀ ਗੱਦੀ ਦੇਣ ਦਾ ਜੀ, ਤੇ ਸਰੋਵਰ ਦੀ ਕਾਰ ਸੇਵਾ ਵਿੱਚ ਹੀ ਰਹਿ ਗਈ ਸੀਗੀ ਜੀ। ਹਾਂਜੀ। ਦੋਹਰਾ ਕਿਤਕ ਦਿਵਸ ਜਬ ਢਿਗ ਰਹੇ, ਸੋਢੀ ਕੁਲ ਸਿਰ ਮੌਰ। ਤੇ ਕੁਝ ਦਿਨ, ਕਈ ਦਿਨ ਕੇ ਮਹਾਰਾਜ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਆ ਗਏ ਦਰਸ਼ਨ ਕਰਨ ਵਾਸਤੇ। ਕਈ ਦਿਨ ਉੱਥੇ ਰਹੇ ਜੀ। ਸਰੋਵਰ ਦੀ ਸੇਵਾ ਦਾ ਨਾਮ ਨਹੀਂ ਲਿਆ ਜੀ। ਬਸ ਇਹੋ ਹੀ ਗੱਲ 'ਚ ਬੰਦਾ ਕਹਿੰਦਾ ਮੈਂ ਚੇਤਾ ਕਲਾਵਾਂ ਕਿਤੇ ਗੁਰੂ ਸਾਹਿਬ ਭੁੱਲ ਨਾ ਗਏ ਹੋਣ ਜੀ। ਗੱਜ ਕੇ ਆਖੋ ਵਾਹ। ਇਹ ਨਹੀਂ ਪਤਾ ਮਹਾਰਾਜ ਬਾਣੀ 'ਚ ਕਹਿੰਦੇ ਸਾਰੀ ਦੁਨੀਆ ਭੁੱਲਦੀ ਆ, ਜੇ ਨਹੀਂ ਭੁੱਲਦਾ ਤੇ ਸਤਿਗੁਰੂ ਨੂੰ ਨਹੀਂ ਭੁੱਲਦਾ ਕੁਛ ਜੀ, ਤੇ ਰੱਬ ਨੂੰ ਨਹੀਂ ਭੁੱਲਦਾ, ਬਾਕੀ ਸਭ ਭੁੱਲ ਜਾਂਦੇ। ਭੁੱਲਣਾ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ।
ਹਾਂਜੀ। ਕਰਿਓ ਹੁਕਮ ਸ੍ਰੀ ਗੁਰ ਅਮਰ, ਕਰੋ ਕਾਰ ਅਬ ਔਰ। ਫਿਰ ਮਹਾਰਾਜ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਵੀ ਜਾਓ ਹੁਣ ਹੋਰ ਸੇਵਾ ਕਰੋ, ਉੱਥੇ ਜਾ ਕੇ ਕਾਰ ਸੇਵਾ ਸ਼ੁਰੂ ਕਰੋ। ਹਾਂਜੀ। ਚੌਪਈ ਗਮਨਹੁ ਲਿਹੋ ਸੁਧ ਗ੍ਰਾਮ ਬਸਾਇਓ। ਉੱਥੇ ਜਾਵੋ, ਜਿਹੜਾ ਨਗਰ ਵਸਾਇਆ ਉਹਦੀ ਖਬਰਸਾਰ ਲਵੋ ਜਾ ਕੇ। ਜੋ ਨਿਜ ਬਸਵੇ ਸਦਨ ਚਿਨਾਇਓ। ਜਿਹੜਾ ਘਰ ਬਣਾਇਆ ਉਹ ਵੀ ਜਾ ਕੇ ਵੇਖੋ। ਹਾਂਜੀ। ਜਿਹ ਪੂਰਬ ਤੁਮ ਸਰ ਖਨਵਾਏ, ਚਾਰ ਕੋਨ ਕੋ ਬਤੌਨ ਬਤਾਇਓ ਤੇ ਬਣਾਇਓ। ਜਿੱਥੇ ਤੁਸੀਂ ਸਰੋਵਰ ਦੀ ਪਟਵਾਈ ਕੀਤੀ ਹੈ ਨਾ, ਤੇ ਚਾਰ ਕੋਨਿਆਂ ਦੀ ਵਿਉਂਤ ਬਣਾਈ ਵੀ ਇੰਨਾ ਵੱਡਾ ਘੇਰਾ ਰੱਖਣਾ ਹੈ ਸਰੋਵਰ ਦਾ। ਹਾਂਜੀ। ਸਰ ਸੰਤੋਖ ਨਾਮ ਤਿਸ ਰਾਖੋ। ਤੇ ਮਹਾਰਾਜ ਨੂੰ ਪਤਾ ਸੀ ਵੀ ਅਸਲ 'ਚ ਉਹ ਦਰਬਾਰ ਸਾਹਿਬ ਵਾਲਾ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਇਹ ਸਰੋਵਰ ਦਰਬਾਰ ਸਾਹਿਬ ਵਾਲਾ ਨਹੀਂ ਸੀ ਜੀ। ਮਹਾਰਾਜ ਕਹਿੰਦੇ ਉਹਦਾ ਨਾਮ ਸੰਤੋਖ ਸਰ ਰੱਖ ਦਿਓ। ਹਾਂਜੀ। ਅਬ ਤਿਸ ਕਰਬੇ ਨਹਿ ਅਬਿਲਾਖੋ। ਤੇ ਹੁਣ ਉਹਨੂੰ ਉੱਥੇ ਰੱਖ ਦੇਣਾ, ਅੱਗੋਂ ਨਹੀਂ ਉਹਨੂੰ ਵਧਾਉਣਾ। ਜਿੰਨੀ ਪੁਟਾਈ ਹੋ ਗਈ ਓਨੀ ਪੁਟਾਈ ਠੀਕ ਹੈ। ਹਾਂਜੀ। ਤਿਸ ਤੇ ਉਰੇ ਨਮਰ ਥਲ ਜਹਾਂ। ਵੇਖ ਲੋ, ਪਤਾ ਸੀ ਵੀ ਇਹ ਸਹੀ ਸਰੋਵਰ ਦੀ ਪੁਟਾਈ ਨਹੀਂ ਹੋਈ। ਜਿੱਥੇ ਕਿਹਾ ਸੀ ਉੱਥੇ ਨਹੀਂ ਹੋਈ, ਪਰ ਜਾਂਦਿਆਂ ਨੂੰ ਕਿਹਾ ਕੁਝ ਨਹੀਂ ਸੀ। ਕਹਿਣ ਲੱਗੇ ਉਹਨੂੰ ਉੱਥੇ ਹੀ ਰਹਿਣ ਦਿਓ, ਉਹਦਾ ਨਾਮ ਸੰਤੋਖ ਸਰ ਰੱਖ ਦਿਓ, ਪਰ ਹੁਣ ਉਹਦੀ ਪੁਟਾਈ ਨਹੀਂ ਕਰਨੀ। ਇਹਦਾ ਮਤਲਬ ਇਹ ਹੈ ਸੰਤੋਖ ਸਰ ਦਾ ਜਿਹੜਾ ਸਰੋਵਰ ਹੈ ਇਹ ਹਰਿਮੰਦਰ ਸਾਹਿਬ ਦੇ ਸਰੋਵਰ ਤੋਂ ਵੀ ਪਹਿਲਾਂ ਪੁਟਾਉਣਾ ਸ਼ੁਰੂ ਕੀਤਾ ਗਿਆ ਸੀਗਾ ਜੀ। ਕੱਜ ਕੇ ਆਖੋ ਵਾਹਿਗੁਰੂ। ਆਪਣੇ ਚੋਂ ਵਿਰਲੇ ਸ਼ਹਿਰ ਵਾਲੇ ਪ੍ਰੇਮੀ ਜਿਨ੍ਹਾਂ ਦਾ ਸੰਤੋਖ ਸਰ ਸਰੋਵਰ 'ਚ ਇਸ਼ਨਾਨ ਕਰਨ ਨੂੰ ਜੀ ਕੀਤਾ ਹੋਵੇ ਜੀ ਕਦੀ ਜੀ। ਚਲੋ ਟਾਹਲੀ ਸਾਹਿਬ ਵੀ ਇਸ਼ਨਾਨ ਕਰ ਆਈਏ ਜੀ। ਹਾਂਜੀ। ਨਾ, ਜਿਹੜੇ ਲਾਗੇ ਵਾਲੇ ਨਾ ਜੀ ਉਹਨਾਂ ਨੂੰ ਕਦਰ ਨਹੀਂ ਹੁੰਦੀ ਜੀ। ਤੇ ਕਈ ਸ਼ਹਿਰ ਦੇ ਪ੍ਰੇਮੀ ਐਸੇ ਹੈਗੇ ਆ, ਉਹ ਇੱਕ ਹਫ਼ਤੇ ਵਿੱਚ ਉਹਨਾਂ ਦਿਨ ਮਿੱਥਿਆ ਜੀ 5 ਸਰੋਵਰਾਂ ਦਾ ਇਸ਼ਨਾਨ ਕਰਦੇ ਜੀ। ਤਾਂ ਮੇਰੇ ਖਿਆਲ ਨਾਲ ਅਸੀਂ ਕਦੇ 5 ਸਰੋਵਰਾਂ ਦੀ ਜਾਂ ਗੁਰਦੁਆਰਿਆਂ ਦੀ ਯਾਤਰਾ ਹੀ ਨਹੀਂ ਕੀਤੀ ਹੋਣੀ ਜੀ। ਯਾਤਰਾ ਹੀ ਕਰ ਆਈਏ ਜੀ। ਲਾਗੇ ਰਹਿੰਦੇ ਆ, ਉੱਥੋਂ ਅੱਧਾ ਪੌਣਾ ਘੰਟਾ ਲੱਗਣਾ ਜੀ, 5 ਸਰੋਵਰਾਂ ਦੇ ਦਰਸ਼ਨ ਵੀ ਹੋ ਜਾਣੇ ਤੇ ਆ ਜਾਣੇ ਨਾਮ ਵੀ ਹੌਲੀ ਹੌਲੀ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਤੋਖ ਸਰ, ਹਰਿਮੰਦਰ ਸਾਹਿਬ, ਕੌਲ ਸਰ, ਰਾਮ ਸਰ, ਹਾਂਜੀ, ਤੇ ਵਿਵੇਕ ਸਰ ਸਾਹਿਬ, ਤੇ ਇਹ ਲਾਗੇ ਲਾਗੇ ਹੀ ਹੈ ਸਾਰੇ ਜੀ। ਮਹਾਰਾਜ ਕਹਿਣ ਲੱਗੇ ਉਹਦਾ ਨਾਮ ਸੰਤੋਖ ਸਰ ਰੱਖ ਦਿਓ। ਹੁਣ ਤਿਸ ਤੇ ਉਰੇ ਨਮਰ ਥਲ ਜਹਾਂ। ਮਹਾਰਾਜ ਕਹਿੰਦੇ ਉਰੇ ਤੋਂ ਉਰਾਂ ਹੀ, ਸੰਤੋਖ ਸਰ ਵਾਲੇ ਸਰੋਵਰ ਤੋਂ ਉਰਾਂ ਹੀ ਨੀਵੀਂ ਜਗ੍ਹਾ ਹੈਗੀ ਆ ਇੱਕ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਦੂਸਰ ਤਾਲ ਖਨਾਵੋ ਤਹਾਂ। ਉਹ ਨੀਵੀਂ ਜਗ੍ਹਾ ਉਤਰ ਕੇ ਨਾ ਫਿਰ ਉੱਥੇ ਸਰੋਵਰ ਬਣਾਉਣਾ ਸ਼ੁਰੂ ਕਰੋ। ਮਹਾਰਾਜ ਕਹਿਣ ਲੱਗੇ ਅਸਲ 'ਚ ਤੁਸੀਂ ਸੁਣਿਆ ਨਾ, ਮਹਾਰਾਜ ਨੇ ਨੇਤਰ ਬੰਦ ਕਰ ਲਏ ਸੀਗੇ ਜਦੋਂ ਗੁਰੂ ਰਾਮਦਾਸ ਜੀ ਨੇ ਦੱਸਿਆ। ਪਤਾ ਮਹਾਰਾਜ ਨੂੰ ਉਦੋਂ ਹੀ ਲੱਗ ਗਿਆ ਸੀਗਾ ਜੀ। ਹਾਂਜੀ। ਸ਼੍ਰੀ ਅੰਮ੍ਰਿਤਸਰ ਨਾਮ ਧਰੀਜੈ। ਉਹ ਜਿਹੜਾ ਸਰੋਵਰ ਹੈ ਨਾ ਉਹਦਾ ਨਾਮ ਅੰਮ੍ਰਿਤਸਰ ਰੱਖਣਾ ਹੈ। ਸਰੋਵਰ ਦਾ ਨਾਮ ਅੰਮ੍ਰਿਤਸਰ ਸੀਗਾ। ਸਰੋਵਰ ਦੇ ਨਾਮ ਤੋਂ ਸ਼ਹਿਰ ਦਾ ਨਾਮ ਪਿਆ ਹੈ। ਇਸ ਗੱਲ ਦਾ ਚੇਤਾ ਰੱਖਿਓ। ਸਰ ਦਾ ਕੀ ਮਤਲਬ ਹੁੰਦਾ ਭਲਾ? ਸਰੋਵਰ। ਤੇ ਅੰਮ੍ਰਿਤ, ਅੰਮ੍ਰਿਤ, ਅੰਮ੍ਰਿਤ ਦਾ ਸਰੋਵਰ, ਉਹਦਾ ਨਾਮ ਰੱਖਣਾ ਹੈ। ਤੇ ਗੁਰਮੁਖ ਤੇ ਕਹਿੰਦੇ ਹੁੰਦੇ ਸੀ ਸੰਤੋਖ ਸਰ ਇਸ਼ਨਾਨ ਕੀਤਿਆਂ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ। ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਿਆਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਉਹਦਾ ਨਾਮ ਅੰਮ੍ਰਿਤਸਰ ਰੱਖਣਾ ਹੈ। ਜਾਏ ਕਿਤਕ ਖਨਵਾਵਨ ਕੀਜੈ। ਉਹਦੀ ਜਾ ਕੇ ਖੁਦਵਾਈ ਕਰਵਾਓ। ਹਾਂਜੀ। ਸਮੋ ਪਾਏ ਪਾਕੋ ਹੋਏ ਸਾਰੋ। ਤੁਸੀਂ ਖੁਦਵਾਈ ਕਰਾਓ, ਸਮਾਂ ਪਾ ਕੇ ਉਹ ਸਰੋਵਰ ਪੱਕਾ ਵੀ ਹੋਏਗਾ ਜੀ। ਹਾਂਜੀ। ਪ੍ਰਥਮ ਜਾਏ ਉਦਮ ਤੁਮ ਧਾਰੋ। ਤੇ ਪਹਿਲਾਂ ਜਾ ਕੇ ਉਦਮ ਕਿਹੜੇ ਸਰੋਵਰ ਦਾ ਕਰਨਾ ਹੈ?
ਅੰਮ੍ਰਿਤਸਰ ਦਾ ਕਰਨਾ ਹੈ। ਪਹਿਲਾਂ ਹੀ ਸੁਣਿਓ ਧਿਆਨ ਨਾਲ। ਮਹਾਰਾਜ ਕਹਿਣ ਲੱਗੇ ਨੀਵੀਂ ਜਗ੍ਹਾ ਹੈ, ਉਹ ਨੀਵੀਂ ਜਗ੍ਹਾ ਹੈ, ਥੱਲੇ ਉਤਰ ਕੇ ਫਿਰ ਅੰਦਰ ਸਰੋਵਰ ਬਣਾਉਣਾ ਹੈ ਜੀ। ਤੇ ਹੁਣ ਤੁਸੀਂ ਵੇਖ ਲਓ ਦਰਬਾਰ ਸਾਹਿਬ ਕਿਸੇ ਬੰਨਿਓ ਵੀ ਚਲੇ ਜਾਓ ਨੀਵਾਂ ਹੀ ਹੈ, ਪੌੜੀਆਂ ਉਤਰ ਕੇ ਜਾਣਾ ਪੈਂਦਾ ਹੈ ਜੀ। ਅਸਲ 'ਚ ਸਰੋਵਰ ਗੁਪਤ ਹੋ ਗਿਆ ਸੀਗਾ, ਪਹਿਲੇ ਯੁੱਗਾਂ ਵਿੱਚ ਵੀ ਇੱਥੇ ਸਰੋਵਰ ਸੀਗਾ ਜੀ। ਹਾਂਜੀ। ਸੁਨ ਸ਼੍ਰੀ ਰਾਮਦਾਸ ਤਹਿ ਗਏ, ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਪਸ ਤੁਰ ਪਏ ਜੀ। ਸਦਨ ਚਿੰਨਿਓ ਸੁਧ ਲੇਵਤ ਭਏ, ਗਏ ਹੈ ਜਿੱਥੇ ਰਹਾਇਸ਼ ਬਣਾਈ ਸੀ ਗੁਰੂ ਕਾ ਮਹਿਲ, ਉਹਦੀ ਸੁਧ ਲਈ, ਖਬਰ ਲਈ ਜੀ ਆ ਕੇ। ਜਿਮ ਜਿਮ ਕਹੈ ਤਿਮ ਤਿਮ ਨਰ ਕਰਿਓ, ਜਿਵੇਂ ਜਿਵੇਂ ਮਹਾਰਾਜ ਨੇ ਕਿਹਾ ਸੀ ਉਵੇਂ ਉਵੇਂ ਮਨੁੱਖਾਂ ਨੇ ਸੇਵਾ ਆਰੰਭੀ ਹੋਈ ਸੀਗੀ ਜੀ। ਬਸਬੇ ਹੇਤ ਮਨੋਰਥ ਧਰਿਓ, ਪਰ ਉਹ ਮਹਾਰਾਜ ਦੇ ਬਚਨ ਦੀ ਬਰਕਤ ਇਹੋ ਜਿਹੀ ਵਰਤਣੀ ਸੀ ਸੰਗਤ ਜੀ, ਬਹੁਤ ਸਾਰੇ ਲੋਕ ਉੱਥੇ ਵਸਣਾ ਚਾਹੁੰਦੇ ਸੀ ਵੀ ਆਪਾਂ ਵੀ ਗੁਰੂ ਦੀ ਨਗਰੀ ਵਿੱਚ ਵਸ ਗਏ ਆ ਕੇ। ਹਾਂਜੀ। ਏਕ ਨਿਸਾ ਬਸ ਕਰ ਉਠ ਭੌਰ, ਰਾਤ ਗੁਰੂ ਰਾਮਦਾਸ ਜੀ ਗੁਰੂ ਕੇ ਮਹਿਲ ਵਿੱਚ ਰਹਿ ਕੇ ਹਾਂਜੀ ਕਰ ਇਸ਼ਨਾਨ ਗੇ ਪੂਰਬ ਔਰ, ਇਸ਼ਨਾਨ ਕੀਤਾ ਤੇ ਫਿਰ ਪੂਰਬ ਵਾਲੇ ਪਾਸੇ ਤੁਰੇ ਜੀ। ਅਸਲ ਵਿੱਚ ਜਗ੍ਹਾ ਲੱਭਦੇ ਲੱਭਦੇ ਪੂਰਬ ਵਾਲੇ ਪਾਸੇ ਗਏ ਤੇ ਮੁੱਖ ਉੱਤਰ ਨੂੰ ਕਰ ਲਿਆ ਸੀਗਾ ਜੀ, ਤਾਂ ਟਾਹਲੀ ਸਾਹਿਬ ਪਹੁੰਚ ਗਏ ਜੀ। ਹਾਂਜੀ। ਤੇ ਹੁਣ ਪੂਰਬ ਵਾਲੇ ਪਾਸੇ ਗਏ ਜੀ। ਅਸਲ ਵਿੱਚ ਇਹ ਵੀ ਖੇਡ ਹੀ ਹੈ ਪਰਮੇਸ਼ਰ ਦੀ, ਜਿਹਦੀ ਸੇਵਾ ਪਹਿਲਾਂ ਆਰੰਭ ਹੋਣੀ ਸੀ ਉਹਦੀ ਪਹਿਲਾਂ ਹੋਣੀ ਸੀਗੀ ਜੀ। ਹਾਂਜੀ। ਬ੍ਰਿਧ ਕੋ ਸੰਗ ਲਏ ਚੱਲ ਗਏ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਨਾਲ ਲਿਆ ਜੀ। ਹਾਂਜੀ। ਸਤਿਗੁਰ ਜਿਸ ਦਿਸ਼ ਪਤੇ ਬਤਾਏ, ਤੇ ਜਿੱਧਰ ਜਿਸ ਪਾਸੇ ਦਾ ਪਤਾ ਗੁਰੂ ਅਮਰਦਾਸ ਜੀ ਨੇ ਦੱਸਿਆ ਸੀ ਨਾ ਸਾਰਾ। ਹਾਂਜੀ। ਬਾਹੋ ਬਦਰੀ ਥਲ ਵਿਆਪਤ ਹੇਰਾ, ਹਾਂਜੀ। ਅਹੈ ਨਮਰ ਜਲ ਥਿਲੈ ਕਨੇਰਾ, ਗੱਜ ਕੇ ਆਖੋ ਬਹੁ ਬਦਰੀ ਥਲ ਵਿਆਪਤ ਹੇਰਾ, ਅਹੈ ਨਮਰ ਜਲ ਥਿਰੈ ਕਨੇਰਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਖੇਡ ਕੀ ਬਣੀ ਜੀ ਪਿਆਰਿਓ, ਜਦੋਂ ਗਏ ਤੁਰਦਿਆਂ ਤੁਰਦਿਆਂ ਐਨ ਪੂਰਬ ਵਾਲੇ ਪਾਸੇ ਪਹੁੰਚੇ ਤੇ ਨੀਵੀਂ ਥਾਂ ਵੇਖ ਗਈ ਜੀ। ਹਾਂਜੀ। ਜਦੋਂ ਨੀਵੀਂ ਜਗ੍ਹਾ ਵਿਖੀ ਤੇ ਜਦੋਂ ਜਗ੍ਹਾ ਦੇ ਹੇਠਾਂ ਉਤਰੇ ਉੱਥੇ ਕਈ ਬੇਰੀਆਂ ਲੱਗੀਆਂ ਸਨ। ਲੰਘੇ ਤੇ ਪਹਿਲਾਂ ਵੀ ਇੱਧਰੋਂ ਹੀ ਸਨ, ਪਰ ਜੋ ਪਰਮੇਸ਼ਰ ਦੀ ਖੇਡ ਜੀ, ਬੇਰੀਆਂ ਲੱਗੀਆਂ ਦੇ ਦਰਸ਼ਨ ਹੋਏ ਜੀ। ਤੇ ਪਤਾ ਕੀ ਵੇਖਦੇ ਆ, ਅਹ ਨੰਮਰ ਜਲ ਥਿਰੈ ਕਨੇਰਾ। ਸੋਚਦੇ ਆ ਵੀ ਇਹ ਨੀਵੀਂ ਜਗ੍ਹਾ ਹੈ, ਇੱਥੇ ਜਲ ਟਿਕ ਜਾਏਗਾ, ਟਿਕ ਜਾਏਗਾ। ਤੇ ਇੱਕ ਹੋਰ ਗੱਲ, ਉੱਥੇ ਥੋੜਾ ਬਹੁਤਾ ਜਲ ਜਿਹੜਾ ਸੀ ਉਹ ਪਹਿਲਾਂ ਵੀ ਟਿਕਿਆ ਹੋਇਆ ਸੀਗਾ ਜੀ, ਤੀਰਥ ਪਹਿਲਾਂ ਹੀ ਸੀ। ਇਹ ਉਹੋ ਹੀ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਕੀਰਤਨ ਕੀਤਾ ਸੀਗਾ ਜੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਇੱਥੇ ਕੀਰਤਨ ਕੀਤਾ ਸੀਗਾ ਜੀ। ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਇੱਥੇ ਮਨ ਬੜਾ ਜੁੜਦਾ। ਮਹਾਰਾਜ ਕਹਿਣ ਲੱਗੇ ਭੋਗ ਮੋਖ ਦੋਵਾਂ ਦੇ ਪ੍ਰਵਾਹ ਚੱਲਣੇ ਆ ਇੱਥੇ ਸਮੇਂ ਨਾਲ ਜੀ। ਉਹ ਜਗ੍ਹਾ ਵੇਖੀ ਜੀ। ਹਾਂਜੀ। ਇਤ ਉਤ ਫਿਰ ਕੈ ਨਿਸ਼ਚੈ ਕੀਨਾ, ਪਤਾ ਦੀਨ ਸੋ ਨੀਕੇ ਚੀਨਾ। ਤੇ ਜਦੋਂ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਧਰ ਉੱਧਰ ਟਹਿਲ ਕੇ ਵੇਖਿਆ, ਉਹ ਕਿੰਨੀ ਚੌੜੀ ਜਗ੍ਹਾ ਹੈ ਤੇ ਨੀਵੀਂ ਹੈ ਜੀ। ਹਰਿਮੰਦਰ ਸਾਹਿਬ ਵਾਲੀ ਜਿਹੜੀ ਜਗ੍ਹਾ ਇਹ ਪਹਿਲਾਂ ਦੀ ਇੰਜ ਸੀਗੀ ਜੀ। ਤੇ ਫਿਰ ਸਾਰੀ ਪਰਿਕਰਮਾ ਕੀਤੀ, ਜਦੋਂ ਤੇ ਸਰੋਵਰ ਨਹੀਂ ਸੀ ਹੁੰਦਾ, ਪਰਿਕਰਮਾ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਉਹ ਆ ਹੈ ਉਹ ਜਗ੍ਹਾ ਜਿਹਦੇ ਬਾਰੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸਾਨੂੰ, ਆ ਹੈ ਉਹ ਜਗ੍ਹਾ। ਹਾਂਜੀ। ਬ੍ਰਿਧ ਕੇ ਸੰਮਤ ਹੋਏ ਸੋ ਟੋਰਾ। ਸੋ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲਈ ਬਾਬਾ ਜੀ ਵੀ ਕਹਿਣ ਲੱਗੇ ਹਾਂ ਇਹੋ ਹੀ ਹੈ। ਸੋ ਥਲ ਪਿਖਤ ਫਿਰੇ ਚਹੁ ਓਰਾ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਰਾਮਦਾਸ ਜੀ ਫਿਰ ਕੇ ਸਾਰੀ ਜਗ੍ਹਾ ਦਾ ਮੁਆਇਨਾ ਕਰ ਰਹੇ ਹੈ। ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਹੁਣ ਕਹੋ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਵੇਖ ਲਓ ਦੋਵੇਂ ਹੀ ਕਮਾਲ ਦੇ ਹੈ।
ਬਾਬਾ ਬੁੱਢਾ ਜੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਹਰਿਮੰਦਰ ਸਾਹਿਬ ਵਿੱਚ। ਹਾਂਜੀ। ਬਾਰ ਬਾਰ ਨਿਸ਼ਚੇ ਕਰ ਆਛੇ, ਗੁਰ ਬਰਤੇ ਸਿਰਜਨ ਸਰ ਬਾਂਛੇ। ਹੁਣ ਬਾਰ-ਬਾਰ ਤੁਰ ਫਿਰ ਕੇ ਵੇਖਿਆ ਜੀ, ਨਿਸ਼ਚਾ ਕੀਤਾ ਵੀ ਹੁਣ ਸਹੀ ਜਗ੍ਹਾ ਹੋਵੇ। ਜਗ੍ਹਾ ਉਹ ਵੀ ਠੀਕ ਹੈ, ਉਹ ਐਵੇਂ ਨਹੀਂ ਗਏ ਜੀ, ਰੱਬ ਨੇ ਭੇਜਿਆ ਸੀ ਉਸ ਪਾਸੇ ਜੀ। ਸਮੇਂ ਨਾਲ ਉੱਥੋਂ ਵੀ ਕੁਝ ਪ੍ਰਗਟ ਹੋਣਾ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ। ਹਾਂਜੀ। ਕਰੀ ਠੀਕ ਤਿਸ ਦਿਨ ਫਿਰ ਸਾਰੇ। ਉਸ ਦਿਨ ਤੇ ਫਿਰ ਸਾਰਾ ਵਿਚਾਰ ਕਰਕੇ ਪੱਕਾ ਹੀ ਕੀਤਾ ਵੀ ਇਹ ਉਹ ਜਗ੍ਹਾ ਹੈ। ਹਾਂਜੀ। ਧਰੇ ਚਿੰਨ ਕੁਛ ਗ੍ਰਾਮ ਪਧਾਰੇ। ਕੁਝ ਨਿਸ਼ਾਨੀਆਂ ਲਾ ਦਿੱਤੀਆਂ ਜੀ ਫਿਰ ਕੇ। ਗੁਰੂ ਰਾਮਦਾਸ ਜੀ ਨੇ ਸਰੋਵਰ ਦੀਆਂ ਨੁੱਕਰਾਂ ਨੀਯਤ ਕੀਤੀਆਂ, ਗੱਜ ਕੇ ਆਖੋ ਵਾਹਿਗੁਰੂ। ਸਰੋਵਰ ਦੀ ਹਰ ਨੁੱਕਰ ਤੇ ਪਹੁੰਚਦੇ ਚ ਆਖਿਆ ਕਰੋ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਜਿਨ੍ਹਾਂ ਨੇ ਨੁੱਕਰਾਂ ਨੀਯਤ ਕੀਤੀਆਂ ਦਰਬਾਰ ਸਾਹਿਬ ਦੇ ਸਰੋਵਰ ਦੀਆਂ, ਨਿਸ਼ਾਨੀਆਂ ਲਾ ਕੇ ਫਿਰ ਉਹ ਗੁਰੂ ਕੇ ਮਹਿਲ ਚਲੇ ਗਏ ਜੀ। ਪਠੇ ਸਿੱਖ ਲੈਬੇ ਮਿਸ਼ਟਾਨ, ਅਰ ਮਜੂਰ ਗਨ ਲੇਨ ਮਹਾਨ। ਸਿੱਖਾਂ ਨੂੰ ਕਹਿ ਦਿੱਤਾ ਵੀ ਕੱਲ ਮਠਿਆਈ ਲੈ ਕੇ ਆਉਣੀ ਹੈ, ਮਜ਼ਦੂਰ ਲੈ ਕੇ ਆਓ, ਖੂਬ ਲੈ ਕੇ ਆਓ, ਇਸ ਜਗ੍ਹਾ ਸਰੋਵਰ ਆਰੰਭ ਕਰਨਾ ਹੈ। ਹਾਂਜੀ। ਭਈ ਪ੍ਰਭਾਤ ਕਿਰਿਆ ਕਰ ਭਲੇ। ਬਸ ਫਿਰ ਅਗਲੀ ਸਵੇਰ ਹੋਈ, ਭਾਗਾਂ ਵਾਲਾ ਦਿਨ ਆਇਆ ਜੀ। ਹਾਂਜੀ। ਲੈ ਨਰ ਟੋਲ ਤਿਸੀ ਦਿਸ਼ ਚਲੇ। ਮਨੁੱਖਾਂ ਦੇ ਟੋਲੇ ਨਾਲ ਲੈ ਕੇ, ਸੰਗਤਾਂ ਨਾਲ ਲੈ ਕੇ, ਮਜ਼ਦੂਰਾਂ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਪਾਸੇ ਗਏ ਜਿੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਹਾਂਜੀ। ਸ਼੍ਰੀ ਨਾਨਕ ਆਦਿਕ ਲੈ ਨਾਏ। ਪਹੁੰਚੇ ਬਾਬਾ ਬੁੱਢਾ ਜੀ ਨੇ ਅਰਦਾਸਾ ਸੋਧਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਲਿਆ। ਆਦਿਕ ਭਾਵ ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦਾ ਨਾਮ ਲਿਆ। ਤੁਸੀਂ ਵੀ ਲਓ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅੰਗਦ ਦੇਵ ਧੰਨ ਸਾਹਿਬ ਸ੍ਰੀ ਗੁਰੂ ਜੀ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਤੱਕ ਨਾਮ ਲਿਆ ਜੀ। ਹਾਂਜੀ। ਕਰ ਅਰਦਾਸ ਸੀਸ ਨਿਹਰਾਏ। ਤੇ ਅਰਦਾਸਾ ਕੀਤਾ, ਮਹਾਰਾਜ ਅੰਮ੍ਰਿਤਸਰ ਸਰੋਵਰ, ਅੰਮ੍ਰਿਤਸਰ ਦੀ ਆਰੰਭਤਾ ਕਰਨ ਲੱਗੇ ਆ। ਬਾਬਾ ਜੀ ਨੇ ਅਰਦਾਸਾ ਕੀਤਾ ਜੀ, ਆਰੰਭਤਾ ਕਰਨ ਲੱਗੇ ਆ। ਸਿਰ ਨਿਵਾਇਆ, ਬ੍ਰਿਧ ਬਚਤੇ ਲੇਖਨਨੀ ਹਾਥ, ਟਕ ਲਾਇਸ ਚਿਤਵਤ ਗੁਰਨਾਥ। ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਵੀ ਹੁਣ ਕਈ ਲਾਓ ਤੇ ਟੱਕ ਲਾਓ। ਬਾਬਾ ਜੀ ਨੇ ਕਿਹਾ, ਤੇ ਬਾਬਾ ਜੀ ਦੇ ਹੱਥੋਂ ਕਹੀ ਫੜ ਕੇ ਸਾਰੇ ਗੁਰੂ ਸਾਹਿਬਾਂ ਨੂੰ ਯਾਦ ਕਰਕੇ ਤੇ ਗੁਰੂ ਰਾਮਦਾਸ ਜੀ ਨੇ ਕਈ ਮਾਰੀ ਦੀ ਫਿਰ ਉੱਥੇ ਜੀ, ਗੱਜ ਕੇ ਆਖੋ ਕਈ ਮਾਰੀ ਜੀ। ਭਾਵ ਅੰਮ੍ਰਿਤਸਰ ਸਰੋਵਰ ਦੀ ਆਰੰਭਤਾ ਹੋਈ ਜੀ। ਸਭ ਮੈਂ ਬਾਂਟ ਦਿਓ ਮਿਸ਼ਟਾਨ। ਤੇ ਫਿਰ ਅਰਦਾਸ ਕੀਤੀ, ਆਰੰਭਤਾ ਹੋ ਗਈ, ਮਠਿਆਈ ਵੰਡੀ ਦੀ ਸਾਰਿਆਂ ਵਿੱਚ ਜੀ। ਲੱਗੇ ਖਨਨ ਸਗਰੇ ਤਿਸ ਥਾਨ। ਫਿਰ ਕੀ ਸੀਗਾ, ਮਠਿਆਈ ਛਕ ਲਈ, ਫਿਰ ਚੱਲ ਪਈਆਂ ਕਈਆਂ ਤੇ ਕਈਆਂ ਦੀ, ਹੋ ਗਈ ਸ਼ੁਰੂਆਤ ਸਰੋਵਰ ਦੀ ਖੁਦਵਾਈ ਦੀ। ਹਾਂਜੀ। ਕੇਤਿਕ ਸਿਰ ਧਰ ਵਹਿਰ ਗਿਰਾਵੇ। ਕਈ ਮਿੱਟੀ ਜਿਹੜੀ ਹੈ ਉਹ ਸੀਸ ਤੇ ਰੱਖ ਕੇ ਬਾਹਰ ਗਿਰਾਉਂਦੇ ਆ। ਕੇਤਿਕ ਖਨ ਖਨ ਤਿਨਹੁ ਉਚਾਵੇ। ਕਈ ਪੁੱਟ ਰਹੇ ਆ, ਕਈ ਝੁਕਾ ਰਹੇ ਆ। ਸਿੱਖ ਅਨੇਕ ਮਿਹਨਤੀ ਕਨੇ। ਮਜ਼ਦੂਰ ਵੀ ਲੱਗੇ ਤੇ ਸਿੱਖ ਵੀ ਲੱਗੇ ਜੀ, ਮਹਾਰਾਜ ਮਜ਼ਦੂਰੀ ਵੀ ਦਿੰਦੇ ਆ। ਹਾਂਜੀ। ਕਰਤਕਾਰ ਗੁਰ ਸ਼ਰਧਾ ਸਨੇ। ਸ਼ਰਧਾ ਧਾਰ ਕੇ ਸੇਵਾ ਕਰ ਰਹੇ ਆ। ਸਾਧ ਸੰਗਤ ਜੀ, ਉਹ ਜੀਵ ਕਿੰਨੇ ਭਾਗਾਂ ਵਾਲੇ ਹੋਣਗੇ। ਸ੍ਰੀ ਗੁਰੂ ਰਾਮਦਾਸ ਸਾਹਿਬ ਸਾਹਮਣੇ ਹੈ, ਬਾਬਾ ਬੁੱਢਾ ਸਾਹਿਬ ਸਾਹਮਣੇ ਹੈ, ਹਰਿਮੰਦਰ ਸਾਹਿਬ ਦੇ ਸਰੋਵਰ ਦੀ ਉਹ ਪੁਟਾਈ ਕਰ ਰਹੇ ਹੈ ਜੀ, ਸਤਿਗੁਰਾਂ ਦੇ ਸਾਹਮਣੇ ਜੀ। ਕਿੰਨੇ ਭਾਗਾਂ ਵਾਲੇ ਜੀਵ ਹੋਣਗੇ ਜੀ। ਜਹ ਦੁਖ ਭੰਜਨ ਬਦਰੀ ਖਰੀ, ਤਹ ਤੇ ਖਨ ਹੈ ਸੁਆਇਸ ਕਰੀ। ਤੇ ਮਹਾਰਾਜ ਨੇ ਆਗਿਆ ਕੀ ਦਿੱਤੀ ਜੀ ਗੁਰੂ ਰਾਮਦਾਸ ਜੀ ਨੇ, ਜਿੱਥੇ ਦੁੱਖ ਭੰਜਨੀ ਬੇਰੀ ਹੈ ਨਾ, ਗੁਰੂ ਰਾਮਦਾਸ ਜੀ ਨੇ ਖਲੋ ਕੇ, ਇੱਥੋਂ ਖਲੋ ਕੇ ਪਟਵਾਈ ਸ਼ੁਰੂ ਕਰਵਾਈ ਸੀਗੀ ਜੀ ਸਰੋਵਰ ਦੀ ਜੀ। ਮਹਾਰਾਜ ਕਿਹਾ ਸੀ ਇੱਥੋਂ ਪੁੱਟੋ। ਹਾਂਜੀ। ਆਪ ਨਿਕਟ ਬੈਠੇ ਬਚ ਕਹੈ,
ਮਿਰਤਕਾ ਵਹਿਰ ਗਿਰਾਵਤ ਲਹੈ। ਆਪ ਨੇੜੇ ਬੈਠ ਕੇ ਬਚਨ ਕਰਦੇ ਆ। ਮਜ਼ਦੂਰ ਜਿਹੜੇ ਆ, ਸਿੱਖ ਜਿਹੜੇ ਆ, ਉਹ ਮਿੱਟੀ ਕੱਢ ਕੱਢ ਕੇ ਬਾਹਰ ਸੁੱਟ ਕੇ ਆਉਂਦੇ ਆ ਜੀ। ਸਰੋਵਰ ਦੀ ਜਿਹੜੀ ਖੁਦਵਾਈ ਹੈ ਨਾ, ਉਹ ਦੁੱਖ ਭੰਜਨੀ ਬੇਰੀ ਤੇ ਸ਼ੁਰੂ ਹੋਈ ਜੀ। ਹਾਂਜੀ। ਇਸੀ ਪ੍ਰਕਾਰ ਖਨਤ ਦਿਨ ਸਾਰੇ, ਭੀ ਸੰਧਿਆ ਦ੍ਰਿਸ਼ ਗ੍ਰਾਮ ਪਧਾਰੇ। ਤੇ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਸਾਰਾ ਦਿਨ ਖੁਦਵਾਈ ਕਰਵਾਈ ਤੇ ਸ਼ਾਮਾਂ ਨੂੰ ਮਹਾਰਾਜ ਗੁਰੂ ਕੇ ਮਹਿਲ ਚਲੇ ਗਏ। ਮਜ਼ਦੂਰ ਆਪਣੀਆਂ ਥਾਵਾਂ ਤੇ ਚਲੇ ਗਏ, ਸਿੱਖ ਆਪਣੀਆਂ ਥਾਵਾਂ ਤੇ ਚਲੇ ਗਏ। ਮਹਾਨ ਸਰੋਵਰ ਜਿਹੜਾ ਜੁਗਾਂ ਜੁਗਾਂ ਤੋਂ ਉੱਥੇ ਸੀ, ਬਸ ਗੁਪਤ ਹੋ ਗਿਆ ਸੀਗਾ। ਗੁਰੂ ਰਾਮਦਾਸ ਜੀ ਨੇ ਉਹਨੂੰ ਪ੍ਰਗਟ ਕੀਤਾ ਜੀ। ਅੰਮ੍ਰਿਤਸਰ ਦਾ ਨਾਮ ਰੱਖਿਆ ਜੀ। ਹਾਂਜੀ। ਤੇ ਅੱਗੋਂ ਫਿਰ ਆਪਾਂ ਕੱਲ ਸੁਣਾਂਗੇ ਕਿਵੇਂ ਕਿਵੇਂ ਮਹਾਰਾਜ ਨੇ ਕਿਰਪਾ ਕੀਤੀ, ਉਹਦੀ ਸੇਵਾ ਸਾਰੀ ਹੋਈ ਜੀ। ਇਹ ਬੜੀ ਵਧੀਆ ਕਥਾ ਹੈ। ਜਿਉਂ ਜਿਉਂ ਤੁਸੀਂ ਸੁਣੋਗੇ ਤਿਉਂ ਤਿਉਂ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਉੱਤੇ ਸਾਡੀ ਸ਼ਰਧਾ ਵਧੇਗੀ, ਸਾਡੀ ਭਾਵਨਾ ਵਧੇਗੀ, ਇਸ਼ਨਾਨ ਕਰਨ ਦਾ ਜੀ ਕਰੇਗਾ ਜੀ। ਹਾਂਜੀ। ਮੇਰੇ ਖਿਆਲ ਨਾਲ ਇੰਨੀ ਕੀ ਕਥਾ ਸੁਣ ਕੇ ਤੁਹਾਡਾ ਜੀ ਕਰਨ ਲੱਗ ਪਿਆ ਹੋਣਾ ਵੀ ਇਸ਼ਨਾਨ ਕਰ ਆਈਏ ਜੀ। ਹਾਂਜੀ। ਤੇ ਦੇਰ ਨਹੀਂ ਕਰਨੀ ਚਾਹੀਦੀ। ਜਦੋਂ ਇਹੋ ਜਿਹਾ ਫੁਰਨਾ ਬਣੇ ਤੇ ਤਤਕਾਲ ਹੀ ਪੂਰਾ ਕਰ ਲੈਣਾ ਚਾਹੀਦਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਧਰਮ ਦੇ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਜੀ। ਹਾਂਜੀ। ਕਈ ਬੰਦੇ ਕਈ ਸਾਲ ਹੋ ਗਏ ਜੀ ਉਹਨਾਂ ਨੂੰ ਜਾਂਦਿਆਂ, ਇਸ਼ਨਾਨ ਹੀ ਨਹੀਂ ਕੀਤਾ ਹੋਣਾ ਜੀ ਉਹਨਾਂ ਨੇ ਜੀ ਉੱਥੇ ਜੀ। ਕਈ ਚੇਚਾ ਦੂਰੋਂ ਦੂਰੋਂ ਆ ਕੇ ਇਸ਼ਨਾਨ ਕਰਦੇ ਆ ਜੀ। ਕੁਝ ਕਾਰਨ ਕੀ ਵਰਤਿਆ ਜੀ? ਸਾਡੇ ਪ੍ਰਚਾਰਕਾਂ ਦੀਆਂ ਗਲਤੀਆਂ ਕਰਕੇ ਜੀ। ਉਹਨਾਂ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਜੀ, ਇਸ਼ਨਾਨ ਕਰਨ ਨਾਲ ਕੀ ਹੋਣਾ ਜੀ। ਨਹੀਂ ਸਾਧ ਸੰਗਤ, ਗੁਰੂ ਰਾਮਦਾਸ ਜੀ ਦੇ ਸਰੋਵਰ 'ਚ ਇਸ਼ਨਾਨ ਕੀਤਿਆਂ ਬਹੁਤ ਕੁਝ ਮਿਲਦਾ ਜੀ, ਬਹੁਤ ਕੁਝ ਮਿਲਦਾ ਹੈ ਜੀ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੇ ਕੀਨੇ ਤਾਨਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਦੁੱਖ ਭੰਜਨੀ ਬੇਰੀ ਤੋਂ ਫਿਰ ਟੱਪ ਲੱਗਾ ਤੇ ਇੱਥੋਂ ਹੀ ਫਿਰ ਸਾਧ ਸੰਗਤ ਦੀ ਸੇਵਾ ਆਰੰਭ ਹੋਈ ਹੈ। ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਲਾਓ ਸਮਾਧੀਆਂ ਤੇ ਜਪੋ ਨਾਮ ਤੇ ਫਿਰ ਆਪਾਂ ਖਿਮਾ ਮੰਗੀਏ। ਪਿਆਰ ਨਾਲ ਗੱਜ ਕੇ ਕਹੋ ਜੀ, ਵਾਹਿਗੁਰੂ ਵਾਹਿਗੁਰੂ। ਪ੍ਰੇਮ ਨਾਲ ਸਾਵਧਾਨਤਾ ਨਾਲ ਗੱਜ ਕੇ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।